ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ। ਕਰੋੜਾਂ ਹੀ ਬ੍ਰਹਿਮੰਡਾਂ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਘਰ ਦੇ ਅਤਿ ਸਤਿਕਾਰਯੋਗ ਪਿਆਰੇ ਕੀਰਤਨੀਆਂ ਦੀ ਰਸਨਾ ਤੋਂ ਇਲਾਹੀ ਅੰਮ੍ਰਿਤਮਈ ਪਾਵਨ ਗੁਰਬਾਣੀ ਆਸਾ ਕੀ ਵਾਰ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜ ਕੇ ਸਫਲਾ ਬਣਾਉਣ ਦਾ ਯਤਨ ਕਰੀਏ। ਗੁਰਬਾਣੀ ਦੀ ਕਥਾ ਜੋ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ, ਅੱਜ ਦੀ ਵਿਚਾਰ 206 ਅੰਗ ਉੱਤੇ ਹੋਏਗੀ। ਗੌੜੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਉਚਾਰੇ ਗਏ ਸ਼ਬਦ ਚੱਲ ਰਹੇ ਆ। 126 ਸ਼ਬਦ ਕੱਲ ਤੱਕ ਹੋ ਚੁੱਕੇ ਸਨ। ਆਓ ਅਗਲੇ ਸ਼ਬਦ 127ਵੇਂ ਸ਼ਬਦ ਨੂੰ ਵਿਚਾਰੀਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦਾ ਨਾਮ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਈ ਬਾਣੀ ਹੈ। ਛੋੜ ਛੋੜ ਰੇ ਬਿਖਿਆ ਕੇ ਰਸੂਆ। ਇਸ ਸ਼ਬਦ ਦੀ ਰਮਤਾ ਵਿੱਚ ਹੀ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾ ਰਹੇ ਹੈ। ਛੋੜ, ਛੋੜ ਤੋਂ ਭਾਵ ਛੱਡ ਦੇ। ਸਿੱਧਾ ਹੀ ਡਾਇਰੈਕਟ ਆਰਡਰ ਜਿਹੜਾ ਕਹਿੰਦੇ ਆ ਨਾ, ਬਿਲਕੁਲ ਸਿੱਧਾ ਹੀ ਉਸ ਤਰੀਕੇ ਗੁਰੂ ਜੀ ਸਿੱਧਾ ਹੀ ਕਹਿੰਦੇ ਛੱਡ ਦੇ। ਕੀ ਛੱਡਾਂ ਜੀ? ਕਹਿੰਦੇ ਛੋੜ ਰੇ ਵਿਖਿਆ ਕੇ ਰਸੂਆ। ਵਿਸ਼ਿਆਂ ਦੇ ਰਸ ਛੱਡ ਦੇ। ਜਿਹੜਾ ਵਿਕਾਰਾਂ ਚੋਂ ਰਸ ਲੈਣਾ ਨਾ, ਗੁੱਸਾ ਕਰਕੇ ਖੁਸ਼ ਹੁੰਦਾ ਹੈ, ਕ੍ਰੋਧ ਕਰਕੇ ਵੀ ਵਾਹ ਵਾਹ ਕਰਦੇ ਕਈ ਬੰਦੇ। ਤੁਸੀਂ ਕਹੋਗੇ ਜੀ ਕ੍ਰੋਧ ਦਾ ਕਿਹੜਾ ਰਸ ਆਉਂਦਾ? ਆਉਂਦਾ ਬੰਦੇ ਕਹਿੰਦੇ ਸੁਣੇ ਐ, ਅਗਰ ਮੈਨੂੰ ਬੜਾ ਗੁੱਸਾ ਆਉਂਦਾ ਫਿਰ ਇਹੀ ਜੀ ਗੱਲ ਤੇ ਉਦੋਂ ਕਹਿਣਗੇ, ਜਦੋਂ ਸ਼ਾਂਤ ਹੋਣਗੇ ਉਦੋਂ ਵੀ ਆਖਣਗੇ ਵੀ ਲੈ ਵੀ ਮੈਂ ਤੇ ਜਦੋਂ ਫਿਰ ਮੈਨੂੰ ਗੁੱਸਾ ਚੜ੍ਹਦਾ ਨਾ, ਮੈਂ ਨਹੀਂ ਦੇਖਦਾ ਅੱਗੇ ਪਿੱਛੇ ਕੌਣ ਮਾਂ ਬਾਪ ਹੈ। ਗੁਰਬਾਣੀ ਨੇ ਅਸਲ ਰੂਪ ਵਿੱਚ ਇਹੋ ਜਿਹੇ ਬੰਦਿਆਂ ਨੂੰ ਗਧੇ ਆਖਿਆ। ਗਧੇ ਕਿਸੇ ਨੂੰ ਕਹੋ ਤੇ ਸਹੀ, ਲੜਾਈ ਨਾ ਪੈ ਜਾਏ। ਪਰ ਗੁਰੂ ਜੀ ਕਹਿੰਦੇ ਇਹੀ ਤਾਂ ਹੈ ਚੀਜ਼। ਫਿਰ ਗਧਾ ਕੀ ਕਰਦਾ ਹੈ? ਭਾਰ ਚੁੱਕੀ ਫਿਰਦਾ। ਗਧੇ ਨੂੰ ਤਾਂ ਨਹੀਂ ਉਹਦਾ ਮੁੱਲ ਮਿਲਦਾ, ਪੈਸੇ ਗਧੇ ਨੂੰ ਤਾਂ ਨਹੀਂ ਮਿਲਦੇ, ਲਾਭ ਕੋਈ ਹੋਰ ਲੈਂਦਾ। ਵਜਨ ਗਧਾ ਚੁੱਕੀ ਫਿਰਦਾ ਹੁੰਦਾ। ਇਉਂ ਹੀ ਉਹ ਬੰਦੇ ਵੀ ਗਧੇ ਹੀ ਹੈ ਜਿਹੜੇ ਵਜਨ ਚੁੱਕੀ ਫਿਰਦੇ ਅਹੀਆਂ ਜਿਹੀਆਂ ਚੀਜ਼ਾਂ ਦਾ, ਜਿਨ੍ਹਾਂ ਦਾ ਕੋਈ ਗੁਣ ਹੈ ਨਹੀਂ। ਨਾਨਕ ਤੇ ਨਰ ਅਸਲ ਖਰ, ਖਰ ਦਾ ਅਰਥ ਹੈ ਗਧਾ। ਜੋ ਬਿਨ ਗੁਣ ਗਰਬ ਕਰੰਤ। ਗੁਣਾਂ ਤੋਂ ਬਿਨਾਂ ਤੇ ਹੰਕਾਰ ਕਰੀ ਫਿਰਦੇ। ਹੰਕਾਰ ਕਾਹਦਾ? ਆਖੇ ਮੇਰੇ ਚ ਕ੍ਰੋਧ ਬੜਾ ਹੈ, ਮੈਂ ਲਾਲਚੀ ਬਹੁਤ ਹਾਂ। ਦੱਸੋ, ਲਾਲਚ ਹੋਵੇ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਇਹ ਤਾਂ ਚੰਗੀ ਗੱਲ ਹੈ। ਮਾਣ ਕਰਨਾ ਇਸ ਗੱਲ ਦਾ ਵੀ ਮੈਂ ਤੇ ਜੀ ਉਹਨੂੰ ਲੁੱਟ ਲਿਆ, ਤੂੰ ਉਹਨੂੰ ਨਹੀਂ ਲੁੱਟਿਆ। ਦਰਅਸਲ ਤੂੰ ਲੁੱਟਿਆ ਗਿਆ ਗੁਰਮੁਖਾ। ਜੇ ਕੋਈ ਸੋਚੇ ਬੰਦਾ ਵੀ ਮੈਂ ਕਿਸੇ ਨੂੰ ਲੁੱਟ ਲਿਆ, ਨਾ, ਆਪਣੇ ਆਪ ਵਿੱਚ ਉਹ ਬੰਦਾ ਲੁੱਟਿਆ ਗਿਆ। ਇਸ ਗੱਲ ਨੂੰ ਗੁਰੂ ਸਾਹਿਬ ਸਮਝਾਉਂਦੇ, ਤੂੰ ਇਹ ਜਿਹੜੀਆਂ ਚੀਜ਼ਾਂ ਨੂੰ ਰਸ ਸਮਝੀ ਬੈਠਾ ਤੇਰੇ ਜੀਵਨ ਦਾ, ਇਹ ਦਰਅਸਲ ਰਸ ਨਹੀਂ, ਤੇਰੀ ਬਰਬਾਦੀ ਦਾ ਬੂਹਾ ਹੈ, ਖੁੱਲ ਗਿਆ। ਤੂੰ ਰੋਜ਼ ਰੋਜ਼ ਉਹਦੇ ਵਿੱਚ ਜਾ ਰਿਹਾ ਹੈ। ਛੁਟਕਾਰਾ ਪਾ ਲੈ। ਛੋੜ
ਛੋੜ ਰੇ ਵਿਖਿਆ ਕੇ ਰਸੂਆ। ਵਿਸ਼ਿਆਂ ਦੇ ਰਸ, ਵਿਕਾਰਾਂ ਦੇ ਰਸ, ਕਾਮੁਕ ਬ੍ਰਿਤੀ ਹੋ ਜਾਏ ਹੱਦੋਂ ਵੱਧ, ਮੁੜਨਾ ਹੀ ਨਾ, ਮੁੜੇ ਹੀ ਨਾ। ਮਹਾਰਾਜ ਕਹਿੰਦੇ ਵਿਸ਼ਿਆਂ ਦੇ ਰਸ ਹੈ, ਛੱਡ। ਭਗਤ ਕਬੀਰ ਜੀ ਇੱਕ ਬੰਦੇ ਨੂੰ ਸਮਝਾ ਰਹੇ ਸਨ, ਉਹ ਵੀ ਇਦਾਂ ਦਾ ਹੀ ਸੀ। ਬੜਾ ਸਮਝਾਇਆ। ਜਦੋਂ ਕਬੀਰ ਜੀ ਨੇ ਉਹਨੂੰ ਸਮਝਾਉਣਾ, ਅੱਗੋਂ ਉਹਨੇ ਆਪਣੀ ਜਰਨਲ ਨੌਲੇਜ ਕੱਢ ਕੇ ਖੜ ਜਾਣੀ ਕਿਤਾਬ, ਕਹਿਣਾ ਵੀ ਮੈਨੂੰ ਬਥੇਰਾ ਤਰੀਕਾ ਹੈ, ਮੈਨੂੰ ਬਥੇਰਾ ਪਤਾ ਹੈ, ਮੈਂ ਜ਼ਿੰਦਗੀ ਐਵੇਂ ਦੀ ਨਹੀਂ ਲੰਘਾਈ। ਕਬੀਰ ਜੀ ਆ ਦੇਖੋ ਮੇਰੇ ਬੱਚੇ ਆ, ਅੱਗੇ ਪੁੱਤਰ ਹੈ, ਪੋਤਰੇ ਆ, ਪੋਤਰੀਆਂ ਵਾਲਾ ਇੰਨਾ ਕੁਝ ਹਜੇ ਮੇਰੇ ਕੋਲ ਟਾਈਮ ਹੈ ਨਹੀਂ। ਉਹਨਾਂ ਬਥੇਰਾ ਕਹਿਣਾ, ਉਹ ਰਹਿਣ ਦੇ, ਤੂੰ ਬਥੇਰਾ ਹੋ ਗਿਆ, ਤੂੰ ਆਪਣੀ ਜ਼ਿੰਮੇਵਾਰੀ ਨਿਭਾ ਲਈ ਬਸ। ਉਹ ਹੁਣ ਤੈਨੂੰ ਪੁੱਛਣਾ ਵੀ ਨਹੀਂ ਚਾਹੁੰਦੇ, ਤੂੰ ਜਾਣ ਬੁੱਝ ਕੇ ਆਪਣੀ ਰਾਏ ਦਿੰਦਾ, ਲੋੜ ਨਹੀਂ। ਪਰ ਨਾ ਹਟਿਆ। ਆਖਰ ਜਿਸ ਤਰੀਕੇ ਬੰਦਾ, ਜਿਸ ਤਰ੍ਹਾਂ ਦੀ ਵਾਸ਼ਨਾ 'ਚ ਬੰਦਾ ਮਰਦਾ ਹੈ, ਗੁਰਬਾਣੀ 'ਚ ਸਾਰਾ ਹੀ ਦੱਸਿਆ ਵੀ ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਅੰਤ ਕਾਲ ਨਾਰਾਇਣ ਸਿਮਰੈ। ਸਾਰਾ ਦੱਸਿਆ ਨਾ ਵੀ ਜੇ ਅੰਤ ਸਮੇਂ, ਮੌਤ ਦੇ ਸਮੇਂ ਕਿਸ ਤਰ੍ਹਾਂ ਦੀ ਬੰਦੇ ਦੀ ਖਿੱਚ ਹੋਏਗੀ ਔਰ ਜਨਮ ਅੱਗੇ ਕਿਸ ਤਰ੍ਹਾਂ ਦਾ ਹੋਏਗਾ, ਸਾਰਾ ਦੱਸਿਆ। ਉਹ ਕਿਤੇ ਮਰ ਗਿਆ ਜੀ ਬੰਦਾ, ਆਖਰ ਮਰਨਾ ਹੀ ਹੈ। ਜਦੋਂ ਮਰਿਆ ਉਸ ਵੇਲੇ ਉਹਦੇ ਮਨ ਵਿੱਚ ਇਹ ਖਿਆਲ ਸੀ ਵੀ ਗਾਂ ਨਵੇਂ ਦੁੱਧ ਹੋਣ ਵਾਲੀ ਹੋਈ ਹੈ, ਬੱਚੇ ਨੇ, ਬਸ਼ਰੂ ਨੇ ਹਜੇ ਜਨਮ ਲੈਣਾ ਹੈ, ਮੈਂ ਤੇ ਦੁੱਧ ਹੀ ਨਹੀਂ ਪੀਤਾ ਗਾਂ ਦਾ। ਇਸ ਵਾਸ਼ਨਾ ਨੂੰ ਲੈ ਕੇ ਮਰ ਗਿਆ। ਤੇ ਅਗਲਾ ਜਨਮ ਕਾਹਦਾ ਹੋਇਆ ਪਤਾ ਹੈ? ਉਸ ਗਾਂ ਦੇ ਪੇਟੋਂ ਬਛੜੇ ਦਾ ਜਨਮ ਹੋ ਗਿਆ। ਇਹਦਾ ਬਛੜੇ ਦਾ ਜਨਮ ਹੋ ਗਿਆ, ਕਰਨੀ ਪਰਮੇਸ਼ਰ ਦੀ ਦਾ ਜਨਮ ਹੋਇਆ। ਬੜੇ ਚਾਵਾਂ ਨਾਲ, ਲਾਡਾਂ ਨਾਲ ਬਛੜੇ ਨੂੰ ਪਾਲਦੇ ਹੀ ਆ ਲੋਕੀ। ਇਹਨੇ ਦੁੱਧ ਚਿੰਗਣਾ। ਪਰਮੇਸ਼ਰ ਦੀ ਨੇਤ, ਇਹਦੇ ਕੁਦਰਤੀ ਗੱਲਾਂ ਯਾਦ ਸਾਰੀਆਂ, ਹਰ ਕਿਸੇ ਦੇ ਨਹੀਂ ਰਹਿੰਦੀਆਂ ਯਾਦ। ਇੱਕ ਵਾਹਿਗੁਰੂ ਦਾ ਵਿਧਾਨ ਹੈ, ਬਿਰਲੇ ਬਿਰਲੇ ਬੰਦਿਆਂ ਦੇ ਪੁਰਾਣੀਆਂ ਗੱਲਾਂ ਯਾਦ ਰਹਿ ਜਾਂਦੀਆਂ। ਸੈਂਕੜੇ ਉਦਾਹਰਨਾਂ ਨੇ ਇੱਦਾਂ ਦੀਆਂ, ਯੂਨੀਵਰਸਿਟੀਆਂ ਨੇ ਖੋਜਾਂ ਕਰ ਲਈਆਂ ਇਸ ਚੀਜ਼ ਦੀਆਂ। ਪੁਨਰ ਜਨਮ ਜਿਹਨੂੰ ਕਹਿੰਦੇ ਆ, ਉਹ ਤੇ ਬਹੁਤ ਜ਼ਿਆਦਾ ਖੋਜ ਹੋ ਚੁੱਕੀ ਹੈ, ਬਹੁਤ ਜ਼ਿਆਦਾ ਅੱਗੇ ਹੀ ਵਧ ਗਿਆ ਕੰਮ। ਔਰ ਉਹ ਪ੍ਰੂਫ ਹੋ ਚੁੱਕੀਆਂ ਗੱਲਾਂ ਵੀ ਇਹ ਸਾਰਾ ਕੁਛ ਹੈਗਾ। ਚਲੋ ਉਹ ਬੰਦੇ ਦੇ ਜੀ ਪਿਛਲੀ ਸਾਰੀ ਯਾਦ, ਬਛੜਾ ਬਣ ਕੇ ਜਨਮ ਲਿਆ। ਜਦੋਂ ਤਾਂ ਥੋੜਾ ਜਿਹਾ ਛੋਟਾ ਸੀ ਉਦੋਂ ਤਾਂ ਸਾਂਭ ਕੇ ਰੱਖਿਆ। ਜਦੋਂ ਵੱਡਾ ਹੋਇਆ ਉਹਨਾਂ ਨੇ ਇਹਨੂੰ ਫਿਰ ਖੇਤਾਂ ਚ ਲਾਉਣਾ ਸੀ, ਬਲਦ ਨੂੰ। ਜਦੋਂ ਵੱਡਾ ਹੋਇਆ ਵੈੜਕਾ, ਉਹਨਾਂ ਨੇ ਨੱਕ ਦੇ ਵਿੱਚ ਪਾੜ ਕੇ ਨੱਕ ਤੇ ਨੱਥ ਪਾਉਣੀ ਚਾਹੀ, ਇਹ ਮਾਰੇ ਛਾਲਾਂ। ਉਹਨਾਂ ਨੇ ਰੱਖ ਲਈ ਪੰਜਾਲੀ, ਤੁਰੇ ਨਾ, ਹਲ ਰੱਖੇ ਤੁਰੇ ਨਾ, ਕੁਛ ਹੋਰ ਕੰਮ ਕਰਨ, ਅੱਗੇ ਨਾ ਜਾਵੇ, ਪਿੱਛੇ ਨੂੰ ਭੱਜੇ। ਉਹ ਡੰਡਾ ਚੁੱਕ ਲਿਆ ਉਹਨਾਂ ਨੇ, ਮਾਰ ਮਾਰ ਡਾਂਗਾ ਮੌਰਾਂ ਤੇ ਦਰਦ ਹੋਣ ਲਾਤਾ। ਇਹਨੂੰ ਬੜਾ ਇਸ ਚੀਜ਼ ਦਾ ਵੀ ਮੈਂ ਤਾਂ ਇਸ ਘਰ ਦਾ ਮਾਲਕ ਹਾਂ, ਬਜ਼ੁਰਗ ਸੀਗਾ, ਵੱਡਾ ਸੀ, ਮੈਨੂੰ ਵੀ ਕਿਉਂ ਕੁੱਟੀ ਜਾਂਦੇ। ਭਗਤ ਕਬੀਰ ਜੀ ਲੰਘੇ ਜਾ ਰਹੇ ਸੀ ਤੇ ਡਾਂਗਾ ਪੈਂਦੀਆਂ ਦੇਖ ਕੇ ਉਹਨਾਂ ਨੂੰ ਪਤਾ ਸੀ ਸੰਤ ਲੋਕ ਜਿਹੜੇ ਗੁਰੂ ਨਾਲ, ਪਰਮੇਸ਼ਰ ਨਾਲ ਅਭੇਦ ਹੁੰਦੇ ਆ। ਇਹ ਚੀਜ਼ ਲਾਜ਼ਮੀ ਹੈ, ਕੱਲਾ ਸੰਤ ਸ਼ਬਦ ਨਹੀਂ ਵਰਤਿਆ। ਸੰਤ ਵੀ ਬਹੁਤ ਹੈ, ਸੱਚਾ ਸੰਤ ਜਿਹੜੇ ਪੂਰਨ ਹੁੰਦੇ, ਗੁਰੂ ਪਰਮੇਸ਼ਰ ਚ ਭੇਦ ਹੁੰਦੇ, ਉਹਨਾਂ ਦੀ ਦ੍ਰਿਸ਼ਟੀ, ਦਿਵ ਦ੍ਰਿਸ਼ਟੀ ਖੁੱਲੀ ਹੁੰਦੀ, ਉਹ ਬਹੁਤ ਕੁਝ ਜਾਣਦੇ ਹੁੰਦੇ। ਕਬੀਰ ਜੀ ਨੇ ਦੇਖਿਆ ਵੀ ਇਹ ਤਾਂ ਉਹੀ ਇਹਨਾਂ ਦਾ ਬਜ਼ੁਰਗ ਹੈ। ਉਹਨੂੰ ਕਹਿਣ ਲੱਗੇ, ਉਹਦੇ ਲੜਕੇ ਨੂੰ, ਕਿਉਂ ਮਾਰੀ ਜਾਣਾ ਹੈ? ਕਹਿੰਦਾ ਜੀ ਬਥੇਰਾ ਦੁੱਧ ਚੰਗਾਇਆ ਇਹਨੂੰ, ਛੱਡਦਾ ਹੀ ਨਹੀਂ ਸੀ ਦੁੱਧ।
ਹੁਣ ਕਿੱਡਾ ਵੱਡਾ ਹੋ ਗਿਆ, ਹੁਣ ਖੇਤੀ ਦਾ ਕੰਮ ਕਰਨਾ, ਹੁਣ ਅੱਗੇ ਨਹੀਂ ਤੁਰਦਾ, ਡੰਡੇ ਪੈਣੇ ਹੀ ਹੈ। ਭਗਤ ਕਬੀਰ ਜੀ ਕਹਿੰਦੇ ਕੋਈ ਨਾ, ਮੈਨੂੰ ਮਾੜਾ ਜਿਹਾ ਟਾਈਮ ਦੇ ਇੱਕ ਵਾਰ। ਉਹ ਕਹਿੰਦਾ ਕਬੀਰ ਜੀ ਤੁਹਾਡੇ ਸਮਝਾਉਣ ਦਾ ਨਹੀਂ। ਕਬੀਰ ਜੀ ਕਹਿੰਦੇ ਮੈਨੂੰ ਬਸ 5 ਮਿੰਟ ਛੱਡ ਦਿਓ ਇਕੱਲਾ। ਉਹਦੇ ਕੋਲ ਗਏ, ਉਹਦੇ ਕੋਲ ਕੰਨ ਦੇ ਕਹਿਣ ਲੱਗੇ, ਕਹਿੰਦੇ ਉਦੋਂ ਤੈਨੂੰ ਸਮਝਾਇਆ ਸੀ, ਉਦੋਂ ਸਮਝਾਇਆ ਸੀ ਨਾਮ ਜਪ ਲੈ ਬਚ ਜਾਏਗਾ। ਹੁਣ ਨਹੀਂ, ਹੁਣ ਸਹੀ ਤਰੀਕੇ ਜੂਨੀ ਚ ਆਇਆ, ਕੰਮ ਕਰਨਾ ਪਏਗਾ। ਤੈਨੂੰ ਉਦੋਂ ਸਮਝਾਇਆ ਸੀ। ਜਿਹੜੀ ਫਿਰ ਉਹਨੂੰ ਗੱਲ ਆਖੀ ਨਾ, ਉਹ ਕਬੀਰ ਜੀ ਦੀ ਬਾਣੀ ਚ ਆਉਂਦੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ, ਕੀ ਆਉਂਦਾ? 4 ਪਾਮ 2 ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਕਹਿੰਦੇ ਉਹ ਤੈਨੂੰ ਕੀ ਕਿਹਾ ਸੀ ਮੈਂ? ਜਦੋਂ 4 ਪੈਰ ਹੋਣਗੇ, 2 ਸਿੰਘ ਹੋਣਗੇ, ਮੂੰਹ ਗੂੰਗਾ ਹੋਏਗਾ, 4 ਪਾਮ 2 ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਉੱਠਦਿਆਂ ਦੇ ਵੀ ਡੰਡਾ ਵੱਜਣਾ, ਉਠੋਏ ਡੰਡਾ ਮਾਰਨਾ, ਬੈਠਦੇ ਬੈਠਦੇ ਖੋਦ ਮਾਰਨੀ, ਪਰਾਂ ਨੂੰ ਹੋ, ਇੱਥੇ ਜੇ ਬੈਠ, ਫੇਰ ਡੰਡੇ ਪੈਣੇ। ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਦਨ ਉਦੋਂ ਕੋ ਭੁੱਖ ਸਖਈ ਹੈ। ਕਹਿੰਦੇ ਨੱਕ ਪਾੜ ਲੈਣਾ, ਫਾਟੇ ਨਾਕਨ, ਜਿਵੇਂ ਨੱਕ ਦੇ ਵਿੱਚ ਪਾਈ ਦਾ, ਬਲਦਾਂ ਦੇ ਜਾਂ ਝੋਟਿਆਂ ਦੇ ਵੀ ਕੀ ਪਾ ਲੈਂਦੇ ਆ, ਘੋੜਿਆਂ ਦੇ ਪਾਈ ਦਾ ਨਕੇਲ ਕਹਿ ਲੈਂਦੇ ਆ। ਕਹਿੰਦੇ ਨੱਕ ਨੂੰ ਪਾੜ ਲੈਣਾ ਉਹਨਾਂ ਨੇ, ਫਾਟੇ ਨਾਕਨ ਟੂਟੇ ਕੰਦਨ, ਮੋਢਿਆਂ ਤੇ ਰੱਖ ਲੈਣਾ ਤੇਰੇ ਵਜਨ, ਹਲ ਚਲਾਉਣਾ, ਹੋਰ ਬਹੁਤ ਕੁਝ ਚਲਾਉਂਦੇ ਸਨ ਪਹਿਲਾਂ, ਜਾਂ ਹਲਟ ਚਲਾਉਂਦੇ ਸਨ, ਪਾਣੀ ਫਿਰ ਘੁੰਮੀ ਜਾਂਦਾ ਸਾਰਾ ਦਿਨ। ਤੇਲੀ ਲੋਕ ਉਹਨੂੰ ਆਪਣਾ ਜਿਹੜਾ ਤੇਲ ਕੱਢਣ ਦੇ ਲਈ ਚਲਾਉਂਦੇ ਸਨ, ਕੋਲੂ, ਬੜਾ ਕੁਝ ਚੱਲਦਾ ਸੀ। ਕਹਿੰਦੇ ਫਾਟੇ ਨਾਕਨ ਟੂਟੇ ਕੰਦਨ ਕੋਦੋ ਕੋ ਭੁਸ ਖਈ ਹੈ, ਕੋਦਰੇ ਦਾ ਘਾਹ ਤੈਨੂੰ ਖਾਣ ਨੂੰ ਮਿਲੇਗਾ। ਜਨ ਭਗਤਨ ਕੋ ਕਹਿਓ ਨਾ ਮਾਨਾ, ਕਿਉ ਆਪਣੋ ਪਈ ਹੈ। ਕਹੀ ਹੋਈ ਗੱਲ ਤੂੰ ਮੰਨੀ ਨਹੀਂ, ਕਬੀਰ ਜੀ ਕਹਿੰਦੇ। ਤੇ ਕਹਿੰਦੇ ਹੁਣ ਤੂੰ ਜਿਹੜਾ ਇਹ ਗੱਲ ਕਰ ਰਿਹਾ ਨਾ ਪਿੱਛੇ ਨੂੰ, ਇਹ ਤੂੰ ਤੇਰੀ ਕੀਤੀ ਪਾ ਰਿਹਾ। ਤੈਨੂੰ ਲੱਗਦਾ ਵੀ ਤੂੰ ਵੱਡਾ ਹੋਵੇਂਗਾ, ਵਡੇਰਾ ਹੋਵੇਂਗਾ, ਤੂੰ ਉਦੋਂ ਤੱਕ ਹੀ ਵੱਡਾ ਸੀ ਜਦੋਂ ਉਸ ਸਰੀਰ ਵਿੱਚ ਸੀ। ਹੁਣ ਤੇਰਾ ਸੰਬੰਧ ਕੋਈ ਨਹੀਂ ਰਿਹਾ, ਹੁਣ ਤੈਨੂੰ ਕੰਮ ਕਰਨਾ ਪੈਣਾ ਹੈ। ਉਹ ਜਿਹੜਾ ਸਮਾਂ ਸੀ, ਵੇਲਾ ਸੀ, ਉਦੋਂ ਤੂੰ ਸਮਝਿਆ ਨਹੀਂ, ਉਦੋਂ ਤੈਨੂੰ ਬਥੇਰਾ ਸਮਝਾਉਂਦਾ ਵੀ ਤੂੰ ਵਿਸ਼ਿਆਂ 'ਚ ਵਿਕਾਰਾਂ 'ਚ ਫਸਿਆ ਪਿਆ, ਇਹਨਾਂ ਚੀਜ਼ਾਂ ਦੇ ਰਸ ਨੂੰ ਤੂੰ ਜ਼ਿੰਦਗੀ ਸਮਝ ਰਿਹਾ ਜੋ ਨਹੀਂ ਸੀ। ਉਹੀ ਉਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਇੱਥੇ ਸਮਝਾ ਰਹੇ, ਛੋੜ ਛੋੜ ਰੇ ਵਿਖਿਆ ਕੇ ਰਸੂਆ। ਹੁਣ ਸਾਨੂੰ ਸਮਝਾ ਰਹੇ, ਹੁਣ ਜੇ ਅਸੀਂ ਨਾ ਸਮਝਾਂਗੇ, ਸਾਡੇ ਲਈ ਵੀ ਉਹੀ ਉਪਦੇਸ਼, ਸਾਡੇ ਤੋਂ ਕਿਹੜਾ ਕੋਈ ਗੁਰੂ ਜੀ ਨੇ ਉਪਦੇਸ਼ ਲੁਕੋ ਲਿਆ। ਅੱਜ ਵੀ ਤੁਸੀਂ ਪੜ੍ਹ ਸਕਦੇ ਹੋ ਸ਼ਬਦ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਨਾਮ ਤੋਂ ਬਿਨਾ ਬੈਲ ਬਣ ਜਾਏਗਾ। ਬਿਰਾਨਾ ਜਿਹਦਾ ਕੋਈ ਮਾਲਕ ਨਾ ਹੋਵੇ, ਖਸਮ ਨਾ ਹੋਵੇ, ਜਿਹਦੀ ਕੋਈ ਬਚਾ ਨਾ ਸਕੇ, ਜਿਹਦੇ ਕੋਈ ਅੱਗੇ ਆ ਕੇ, ਬਗਾਨਿਆਂ ਵਾਲੀ ਜ਼ਿੰਦਗੀ। ਇਸ ਲਈ ਗੁਰੂ ਜੀ ਕਹਿੰਦੇ ਉਹ ਤੇਰੇ ਨਾਲ ਹੋਵੇ, ਉਹ ਤੋਂ ਕਿਤੇ ਚੰਗਾ ਨਹੀਂ ਵੀ ਹੁਣੇ ਤੂੰ ਮਾੜਾ ਜਿਹਾ ਸਮਝ ਜਾਏ, ਬਚ ਜਾਏ, ਥੋੜੀ ਜਿਹੀ ਆਪਣੀਆਂ ਆਦਤਾਂ ਸੁਧਾਰ ਲੈ, ਬਚਾ ਹੋ ਸਕਦਾ। ਕੀ ਕਰਾਂ ਜੀ? ਕਹਿੰਦੇ ਛੋੜ ਛੋੜ ਰੇ ਵਿਖਿਆ ਕੇ ਰਸੂਆ, ਉਰਜ ਰਹਿਓ ਰੇ ਬਾਵਰ ਕਾਵਰ। ਉਲਝਿਆ ਪਿਆ ਓਏ ਬੌਲਿਆ, ਗਵਾਰ ਚੱਲਿਆ, ਜਿਉਂ ਕਿਰਖੈ ਹਰਿਆਇਓ ਪਸ਼ੂਆ। ਜਿਵੇਂ ਪਸ਼ੂ ਕ੍ਰਿਸ਼ੀ ਖੇਤੀ ਦੇ ਵਿੱਚ, ਹਰੇ ਖੇਤ 'ਚ ਜਦੋਂ ਵੜ ਜਾਂਦਾ ਨਾ, ਫਿਰ ਅੱਗੇ ਪਿੱਛੇ ਨਹੀਂ ਦੇਖਦਾ, ਤੇ ਡਾਂਗਾਂ ਪੈਂਦੀਆਂ, ਫਿਰ ਕੁੱਟਦੇ ਲੋਕੀ, ਮਾਰਦੇ। ਬਾਣੀ 'ਚ ਵੀ ਲਿਖਿਆ, ਪਾਂਡੇ ਤੁਮਰੀ ਗਾਇਤਰੀ लोधे का खेत खाती थी, लेकर ठेंगा टंगरी तोड़ी, लंगत लंगत जाती थी। नामदेव जी की बाणी च शब्द आउंदा है,
ਉਹਨਾਂ ਆਖਿਆ ਕੋਈ ਹੈ ਤਾਂ ਗੱਲ ਪੁਰਾਣਕ ਕਥਾ ਕਿ ਗਾਇਤਰੀ ਮੰਤਰ, ਗਾਇਤਰੀ ਜਿਹੜੀ ਸੀ ਉਹ ਗਾਂ ਬਣ ਕੇ ਕਿਸੇ ਲੋਧੇ ਜੱਟ ਦੇ ਖੇਤ 'ਚ ਜਾ ਵੜੀ ਤੇ ਖੇਤ ਖਾਂਦੀ ਖਾਂਦੀ ਤੇ ਉਹਨੇ ਡਾਂਗ ਮਾਰ ਦਿੱਤੀ, ਉਹਦੀ ਲੱਤ ਟੁੱਟ ਗਈ ਤੇ ਲੱਤ ਟੁੱਟੀ ਗਾਂ ਦੀ ਤੇ ਲੰਗੜਾ ਕੇ ਤੁਰਨ ਲੱਗ ਪਈ। ਇਉਂ ਕਹਿੰਦੇ ਗਾਇਤਰੀ ਮੰਤਰ ਵੀ ਜਿਹੜਾ ਉਹ ਵੀ ਅਧੂਰਾ ਰਹਿ ਗਿਆ, ਪੂਰਾ ਨਹੀਂ, ਗੁਰੂ ਬਿਨਾਂ ਪੂਰਾ ਨਹੀਂ ਹੁੰਦਾ। ਇਹ ਇੱਕ ਵੱਖਰੀ ਗੱਲ ਹੈ, ਪਰ ਉਹਦੇ ਵਿੱਚ ਤੁਸੀਂ ਇਹ ਤਾਂ ਦੇਖੋ ਵੀ ਦੱਸਿਆ ਮਹਾਰਾਜ ਨੇ ਵੀ ਲੋਧੇ ਨੇ ਡਾਂਗ ਮਾਰੀ ਤੇ ਉਹਦੀ ਲੱਤ ਤੋੜ ਕੇ ਰੱਖ ਦਿੱਤੀ। ਸਾਡੇ ਨਾਲ ਵੀ ਕਹੇ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਣਗੇ ਤੇਰੇ। ਇਹ ਸਾਡੇ ਨਾਲ ਕਿਹੜਾ ਹੋ ਨਹੀਂ ਸਕਦਾ। ਜਦੋਂ ਇਸ ਦੁਨੀਆ ਤੋਂ ਜਾਵਾਂਗੇ ਕੋਈ ਵੀ ਨਾ ਹੋਵੇਗਾ ਤੇ ਫਿਰ ਅੰਤ ਪਸ਼ੂ ਪੰਛੀ ਕੁੱਤੇ ਬਿੱਲੇ ਗਧੇ ਇਹ ਸਾਰੀਆਂ ਬਾਣੀ ਨੇ ਲਿਖ ਦਿੱਤਾ ਨਾ। ਗੁਰਮੰਤਰਹੀਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਨ ਹੈ, ਕੂਕਰ ਹੈ ਸ਼ੂਕਰ ਹੈ ਗਰਦਵ ਹੈ ਕਾਕ ਹੈ ਤੁਲ ਖਾਲ ਹੈ। ਗੁਰੂ ਦੇ ਮੰਤਰ ਦੀ ਕਮਾਈ ਤੋਂ ਬਿਨਾਂ ਜਿਹੜਾ ਵੀ ਪ੍ਰਾਣੀ ਹੈ, ਗੁਰੂ ਤੋਂ ਕਿਤੇ ਮੰਤਰ ਲਿਆ ਹੀ ਨਹੀਂ, ਫਿਰ ਕਮਾਈ ਨਹੀਂ ਕੀਤੀ। ਕਹਿੰਦੇ ਜਿਹੜਾ ਇਸ ਤਰ੍ਹਾਂ ਦਾ ਪ੍ਰਾਣੀ ਹੈ ਫਿਰ ਕੀ ਹੈ ਵੀ ਉਹਦਾ ਜੀਵਨ ਜਿਉਂਦੇ ਜੀ ਵੀ ਇਹ ਤੋਂ ਬਾਅਦ ਵੀ। ਕਹਿੰਦੇ ਤਾਂ ਮਨੁੱਖਾ ਜੀਵਨ 'ਚ ਇਹੀ ਹੈ ਜੇ ਹਰਕਤਾਂ ਕਰਨ ਲੱਗ ਜਾਂਦਾ, ਮਰਨ ਤੋਂ ਬਾਅਦ ਤੇ ਹੋਣਾ ਹੀ ਹੋਣਾ ਉਹਦੇ ਨਾਲ। ਕੀ ਹੈ ਕਹਿੰਦੇ ਕੁੱਕਰ, ਕੁੱਕਰ ਕਿਹਨੂੰ ਕਹਿੰਦੇ ਕੁੱਤੇ ਨੂੰ, ਕਹਿੰਦੇ ਕੁੱਤਾ ਬਣੂਗਾ। ਕੁੱਕਰ ਹੈ ਸ਼ੂਕਰ ਹੈ, ਸ਼ੂਕਰ ਸੂਅਰ, ਸੂਅਰ ਸੂਅਰ ਦੀ ਜੂਨੀ, ਗਰਦਬ ਗਧੇ ਦੀ ਜੂਨੀ, ਕਾਂ ਦੀ ਜੂਨੀ। ਖਲ ਮੂਰਖਾਂ ਵਾਲਾ ਜੀਵਨ ਹੈ। ਇਸ ਲਈ ਗੁਰਮੁਖੋ ਗੁਰੂ ਜੀ ਸਮਝਾ ਰਹੇ ਉਲਝ ਰਹੇ ਹੋ ਰੇ ਬਾਵਰ ਗਾਵਰ। ਉਹ ਝੱਲਿਆ ਉਲਝ ਗਿਆ ਨਾ, ਜਿਉਂ ਕਿ ਰੱਖਿਆ ਹਰ ਖਾਇਓ ਹਰਿਆਇਓ ਪਸ਼ੂਆ। ਜਿਵੇਂ ਹਰੀ ਖੇਤੀ ਦੇ ਵਿੱਚ ਪਸ਼ੂ ਨਾ ਫਿਰ ਮਸਤ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ ਉਹਨੂੰ ਕਿ ਪਿੱਛੇ ਡੰਡਾ ਵੀ ਆ ਰਿਹਾ ਹੈ। ਕਹੇ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੈ। ਕਹਿੰਦੇ ਇਹ ਜਾਗਦਾ ਹੀ ਨਹੀਂ, ਜਦੋਂ ਡੰਡਾ ਪੈਂਦਾ ਨਾ ਜਮਦੂਤ ਦਾ ਸਿਰ ਤੇ ਵੀ ਚੱਲ ਓਏ ਚੱਲੀਏ, ਅੰਤ ਸਮਾਂ ਆ ਗਿਆ। ਫਿਰ ਪਿੱਛੇ ਨਿਗਾਹ ਮਾਰਦਾ ਹੈ ਆ ਗਿਆ, ਹਜੇ ਤਾਂ ਮੈਂ ਕੁਛ ਵੀ ਨਹੀਂ ਕੀਤਾ। ਇਹ ਕੋਈ ਇਕੱਲੇ ਬੰਦੇ ਦੀ ਨਹੀਂ, ਇੱਕ ਸੰਤ ਸੀ ਬੜਾ ਵਿਦਵਾਨ। ਉਹਨੇ ਜੀ ਘੱਟੋ ਘੱਟ ਜ਼ਿੰਦਗੀ ਦੇ 20 ਸਾਲ ਲਾ ਕੇ ਜੋ ਕੁਝ ਉਹਨੇ ਪਹਿਲਾਂ ਗਿਆਨ ਹਾਸਲ ਕੀਤਾ ਸੀ ਜੀਵਨ 'ਚ, ਸ਼ਾਸਤਰ ਪੜ੍ਹੇ, 6 ਸ਼ਾਸਤਰ 4 ਵੇਦ ਉਪਨਿਸ਼ਦਾਂ ਪੁਰਾਣ ਵਗੈਰਾ ਪੜ੍ਹੇ, ਯੋਗ ਵਸਿਸ਼ਟ ਵਗੈਰਾ ਪੜ੍ਹਿਆ। ਜੋ ਕੁਝ ਵੀ ਪੜ੍ਹਨ ਤੋਂ ਬਾਅਦ ਉਹਨੇ ਇੱਕ ਗ੍ਰੰਥ ਤਿਆਰ ਕੀਤਾ। ਹੁਣ ਇਹ ਤਾਂ ਸੁਭਾਵਿਕ ਹੈ ਵੀ ਜਿਹੜਾ ਕੋਈ ਇੰਨਾ ਗਿਆਨ ਕਿਸੇ ਗ੍ਰੰਥ 'ਚ ਬੰਦੇ ਨੇ ਲਿਖਣਾ ਹੋਵੇ, ਐਡਾ ਵੱਡਾ ਗਿਆਨ ਤੇ 400-500 ਪੇਜ ਦਾ ਤਾਂ ਬਣੇਗਾ ਹੀ ਨਾ। ਉਹਨੇ ਜੀ ਉਹ ਬਣਾ ਕੇ ਗਿਆਨ ਤੇ ਆਪਣੇ ਦੇਸ਼ ਦਾ ਜਿਹੜਾ ਰਾਜਾ ਸੀ ਨਾ ਉਹਦੇ ਕੋਲ ਆ ਗਿਆ। ਸਾਰੇ ਉਹਨੂੰ ਜਾਣਦੇ ਸੀ ਵੀ ਇਹ ਸੰਤ ਬੜਾ ਪ੍ਰਸਿੱਧ ਹੈ। ਰਾਜੇ ਨੇ ਉਹਨੂੰ ਸਮਾਂ ਦੇ ਦਿੱਤਾ ਤੇ ਮਿਲਿਆ। ਸੰਤ ਕਹਿਣ ਲੱਗਾ ਵੀ ਰਾਜਾ ਸਾਹਿਬ, ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਲੰਘ ਗਿਆ, ਮੈਂ ਜੋ ਕੁਝ ਪੜ੍ਹਿਆ ਅੱਗੇ ਉਹਨੂੰ ਜੀਵਿਆ, ਉਹਦੇ 'ਚੋਂ ਜੋ ਸਿੱਖਿਆ ਅਨੁਭਵ ਨਿਕਲਿਆ ਉਹ ਮੈਂ ਗ੍ਰੰਥਾਂ ਦਾ ਸਾਰ ਰੂਪ 'ਚ ਇੱਕ ਗ੍ਰੰਥ ਲਿਖਿਆ, ਮੈਂ ਚਾਹੁੰਦਾ ਵੀ ਤੁਸੀਂ ਇਹ ਪੜ੍ਹ ਲਓ। ਰਾਜੇ ਨੇ ਕੀ ਕੀਤਾ, ਉਹ ਗ੍ਰੰਥ ਫੜਿਆ ਹੱਥ 'ਚ, 400-500 ਸਫ਼ੇ ਤੱਕ। ਰਾਜਾ ਕਹਿਣ ਲੱਗਾ ਸੰਤ ਜੀ ਤੁਸੀਂ ਬਹੁਤ ਮਿਹਨਤ ਕੀਤੀ, ਮੈਂ ਠੀਕ ਹੈ ਸਮਝਦਾ, ਪਰ ਇਹ ਬਹੁਤ ਵੱਡਾ ਗ੍ਰੰਥ ਹੈ, ਮੇਰੇ ਤੋਂ ਨਹੀਂ ਪੜ੍ਹਿਆ ਜਾਣਾ, ਮੈਨੂੰ ਜ਼ਿੰਮੇਵਾਰੀਆਂ ਬਹੁਤ ਨੇ, ਤੁਸੀਂ ਜਰਾ ਕੋਈ ਛੋਟਾ ਕਰ ਦਿਓ, ਇਹਨੂੰ ਥੋੜਾ ਘਟਾ ਦਿਓ ਤਾਂ ਕਿ ਮੈਂ ਪੜ੍ਹ ਸਕਾਂ। ਜਿਹੜੇ ਕਵੀ ਲੋਕ ਹੁੰਦੇ ਆ ਨਾ, ਇਹ ਸਮਝੋ ਵੀ ਵਿਦਵਾਨ ਲੋਕ, ਜਿਹੜੀ ਇਹਨਾਂ ਦੀ ਕਵਿਤਾ ਹੁੰਦੀ ਹੈ ਜਾਂ ਇਹਨਾਂ ਦਾ ਜੋ ਗਿਆਨ ਹੁੰਦਾ, ਇਹਨਾਂ ਦੇ ਬੱਚਿਆਂ ਦੀ ਤਰ੍ਹਾਂ ਹੁੰਦਾ। ਕਿਸੇ ਮਾਂ ਨੂੰ ਕਹਿ ਦਿਓ ਵੀ ਇੱਕ ਬੱਚਾ ਸਾਈਡ ਤੇ ਕੱਢ ਦੇ, ਬਾਕੀ ਦੇ
ਦੇ ਦੇ। ਲਾਈਟ ਕਿਹਨੇ ਬੰਦ ਕੀਤੀ ਆ? ਲਾਈਟ ਚਲਾਓ ਬਈ, ਜਿਹਨੇ ਵੀ ਬੰਦ ਕੀਤੀ ਹੈ ਦੁਬਾਰਾ, ਸਾਹਮਣੇ ਵਾਲੀ ਅੱਖਰ ਸਹੀ ਨਹੀਂ ਦਿਸਦੇ। ਤੇ ਉਸ ਵੇਲੇ ਉਹਨੇ ਸੰਤ ਨੇ ਥੋੜਾ ਟਾਈਮ ਲਾ ਕੇ ਮਿਹਨਤ ਕਰਕੇ ਉਹ ਫਿਰ ਗ੍ਰੰਥ ਛੋਟਾ ਕੀਤਾ, ਜਾਣੀ ਜਿਹੜਾ 500 ਸਫ਼ੇ ਦਾ ਸੀ ਉਹ 200-250 ਦਾ ਕੀਤਾ। 200-250 ਦਾ ਜਦੋਂ ਕਰ ਦਿੱਤਾ, ਫਿਰ ਆਇਆ ਉਹ ਸਾਲ 2 ਸਾਲ ਬਾਅਦ ਰਾਜੇ ਕੋਲ। ਰਾਜੇ ਨੂੰ ਆ ਕੇ ਆਖਣ ਲੱਗਾ, ਹੈ ਰਾਜਨ, ਵੀ ਮੈਂ ਬੜੀ ਮਿਹਨਤ ਕੀਤੀ ਤੇ ਇਹ ਬੇਨਤੀ ਹੈ ਵੀ ਆਹ ਲੈ ਤੂੰ ਹੁਣ ਇਹ ਪੜ੍ਹ ਲੈ। ਉਹਨੇ ਰਾਜੇ ਨੇ ਫਿਰ ਦੇਖਿਆ, ਦੇਖ ਕੇ ਕਹਿਣ ਲੱਗਾ, ਕਹਿੰਦਾ ਵੀ ਹਜੇ ਵੀ ਇਹ ਜ਼ਿਆਦਾ ਹੀ ਵੱਡਾ ਹੈ ਮੇਰੇ ਲਈ, 200-250 ਸਫ਼ਾ ਮੈਂ ਕਦੋਂ ਪੜ੍ਹੂੰਗਾ, ਮੈਨੂੰ ਕੰਮ ਬੜੇ ਹੁੰਦੇ ਰਾਜ ਭਾਗ ਦੇ, ਇੱਧਰ ਉੱਧਰ ਜਾਣਾ, ਕਿਤੇ ਨਾ ਕਿਤੇ ਮੀਟਿੰਗਾਂ ਕਰਨੀਆਂ, ਦੂਜੇ ਬੰਦਿਆਂ ਨੂੰ ਮਿਲਣਾ। ਚਲੋ ਜੀ ਬਹੁਤੀ ਗੱਲ ਕੀ ਕਰੀਏ, 2-3 ਵਾਰ ਆਇਆ ਬੰਦਾ, ਤੇ ਪਰ ਰਾਜੇ ਨੇ ਅੱਗੇ ਦੀ ਅੱਗੇ ਹੀ ਟਾਈਮ ਪਾਉਂਦਾ ਗਿਆ ਵੀ ਹੋਰ ਛੋਟਾ ਕਰੋ ਇਹਨੂੰ, ਹੋਰ ਛੋਟਾ ਕਰੋ। ਆਖਰ ਰਾਜਾ ਬਿਮਾਰ ਹੋਇਆ ਕਿਸੇ ਕਾਰਨ ਕਰਕੇ, ਤੇ ਬੁੱਢਾ ਪਹਿਲਾਂ ਹੀ ਸੀ, ਸਰੀਰ ਕਮਜ਼ੋਰ ਹੋ ਗਿਆ, ਤੇ ਸੇਜ ਆਸਣ ਜਿਹਨੂੰ ਕਹਿੰਦੇ ਆ, ਸੇਜਾ ਤੇ ਆਸਣ ਹੋ ਗਿਆ, ਬਿਰਧ ਹੋਇਆ, ਬੁੱਢਾ ਹੋਇਆ, ਲੇਟ ਗਿਆ। ਬਿਮਾਰੀ ਕਾਰਨ ਬਥੇਰੇ ਇਲਾਜ ਕਰਾਏ ਪਰ ਠੀਕ ਨਾ ਹੋਇਆ। ਜਦੋਂ ਠੀਕ ਨਾ ਹੋ ਸਕਿਆ, ਉਸ ਵਕਤ ਜੀ ਉਹਨੇ ਗੱਲ ਯਾਦ ਆਈ ਵੀ ਸੰਤ ਆਉਂਦਾ ਸੀ ਮੇਰੇ ਕੋਲ, ਉਹਨੇ ਮੈਨੂੰ ਗ੍ਰੰਥ ਪੜ੍ਹਨ ਨੂੰ ਆਖਿਆ ਸੀ, ਗ੍ਰੰਥ ਪੜ੍ਹਨ ਨੂੰ ਆਖਿਆ ਸੀ, ਮੈਂ ਪੜ੍ਹਿਆ ਨਹੀਂ, ਲਿਆਓ ਵੀ ਇਹਨੂੰ ਸੰਤ ਨੂੰ ਬੁਲਾ ਕੇ ਲਿਆਓ। ਉਹਨਾਂ ਜੀ ਸੰਤ ਨੂੰ ਸੁਨੇਹਾ ਭੇਜਿਆ ਤੇ ਸੰਤ ਆ ਗਿਆ। ਸੰਤ ਨੂੰ ਕਹਿਣ ਲੱਗਾ, ਸੰਤ ਜੀ ਤੁਸੀਂ ਮੇਰੇ ਕੋਲ 10 ਸਾਲ ਪਹਿਲਾਂ ਆਏ ਸੀ ਇੱਕ ਗ੍ਰੰਥ ਲੈ ਕੇ, ਮੈਂ ਤੁਹਾਨੂੰ ਆਖਿਆ ਸੀ ਹੋਰ ਛੋਟਾ ਕਰੋ, ਫਿਰ ਤੁਸੀਂ ਫੇਰ ਆਏ 2-3 ਵਾਰੀ ਇੱਦਾਂ ਗੱਲ ਹੋ ਗਈ, ਮੈਂ ਪੜ੍ਹ ਨਹੀਂ ਸਕਿਆ। ਮੈਂ ਚਾਹੁੰਦਾ ਹੁਣ ਮੇਰੇ ਕੋਲ ਸਮਾਂ ਹੈ ਤਾਂ ਥੋੜ੍ਹਾ ਹੀ ਆ, ਕਹਿੰਦਾ, ਪਰ ਮੈਂ ਚਾਹੁੰਦਾ ਵੀ ਮੈਨੂੰ ਜਿਹੜਾ ਤੁਸੀਂ ਗਿਆਨ ਸੁਣਾਉਣਾ ਚਾਹੁੰਦੇ ਸੀ ਉਹ ਮੈਨੂੰ ਸੁਣਾ ਦਿਓ, ਹੁਣ ਦੱਸ ਦਿਓ, ਲਿਆਓ ਤੁਹਾਡਾ ਗ੍ਰੰਥ, ਮੈਂ ਪੜ੍ਹਨਾ ਚਾਹੁੰਦਾ। ਕਿੱਥੇ ਹੈ? ਉਹ ਸੰਤ ਕਹਿੰਦਾ ਵੀ ਤੈਨੂੰ ਹੁਣ ਗ੍ਰੰਥ ਪੜ੍ਹਨ ਦੀ ਲੋੜ ਨਹੀਂ, ਨਾ ਮੈਂ ਤੈਨੂੰ ਪੜ੍ਹਾਉਣਾ, ਲੈ ਮੈਂ ਤੈਨੂੰ ਉਹ ਗ੍ਰੰਥ ਦਾ ਸਾਰ ਦੱਸ ਦਿੰਦਾ, ਜੋ ਮੈਂ 4 ਵੇਦ 6 ਸ਼ਾਸਤਰ 18 ਪੁਰਾਣ ਪੜ੍ਹ ਕੇ ਲਿਖਿਆ ਸੀ ਨਾ ਗ੍ਰੰਥ, ਉਹ ਗ੍ਰੰਥ ਦਾ ਸਾਰ ਤੈਨੂੰ ਮੈਂ ਇਹ ਦੱਸ ਦਿੰਦਾ। ਉਹਨੇ ਦੱਸਿਆ, ਕਹਿੰਦਾ ਵੀ ਰਾਜਾ ਸਾਰੇ ਆ, ਸਾਰੇ ਸ਼ਾਸਤਰਾਂ ਗ੍ਰੰਥਾਂ ਦਾ ਬੰਦਾ ਦੁਨੀਆ ਤੇ ਆਉਂਦਾ, ਸੁਣ ਲਿਓ ਹੁਣ, ਬੰਦਾ ਦੁਨੀਆ ਤੇ ਆਉਂਦਾ, ਦੁਨੀਆ 'ਚ ਫਸ ਜਾਂਦਾ, ਉਹਨੂੰ ਕੋਈ ਚੱਜ ਦੀ, ਕੋਈ ਕੰਮ ਦੀ, ਕੋਈ ਧਰਮ ਦੀ, ਕੋਈ ਰੱਬ ਦੇ ਰਾਹ ਦੀ ਗੱਲ ਦੱਸੇ, ਉਹਨੂੰ ਸੁਣ ਕੇ ਨਹੀਂ ਰਾਜੀ, ਆਪਣੇ ਕੰਮਾਂ 'ਚ ਫਸਿਆ ਰਹਿੰਦਾ। ਤੇ ਅੰਤ ਜਦੋਂ ਬੁੱਢਾ ਹੁੰਦਾ, ਬੁੱਢਾ ਹੋ ਕੇ ਮਰਨ ਲੱਗਦਾ, ਫਿਰ ਰੱਬ ਯਾਦ ਆ ਜਾਂਦਾ, ਫਿਰ ਕਹਿੰਦਾ ਲੈ ਮੈਂ ਰੱਬ ਯਾਦ ਕਰਾਂ, ਮੈਂ ਬੰਦਗੀ ਕਰ ਲਵਾਂ, ਸਿਮਰਨ ਕਰ ਲਵਾਂ, ਲੈ ਹੁਣ ਪਾਰ ਹੋ ਜਾਵਾਂ। ਇੱਦਾਂ ਪਾਰ ਨਹੀਂ ਪਾਇਆ ਜਾ ਸਕਦਾ, ਕਹਿੰਦਾ ਆਹੀ ਸਾਰ ਹੈ ਸਾਰੇ ਗ੍ਰੰਥਾਂ, ਇੰਨਾ ਹੀ ਹੈ। ਬਾਲ ਜਵਾਨੀ ਅਰ ਬਿਰਧ ਫੁਨ, ਦੇਖੋ ਗੁਰੂ ਤੇਗ ਬਹਾਦਰ ਜੀ ਨੇ ਕਿਵੇਂ ਗੱਲ ਨੂੰ ਸਮੇਟ ਦਿੱਤਾ। ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਣ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਸਭ ਹੀ ਮਾਨ। ਕਹਿੰਦੇ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ ਚੱਲ ਗਿਆ, ਅੰਤ ਮਰ ਗਿਆ, ਤੇ ਹਰੀ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਵਿਅਰਥ ਚਲਾ ਗਿਆ ਸਾਰਾ ਕੁਛ। ਬਚਪਨ ਦੀਆਂ ਖੇਡਾਂ ਵੀ, ਜਵਾਨੀ ਦੇ ਕੰਮਕਾਰ ਵੀ, ਬੁਢਾਪੇ ਦੀਆਂ ਸਿਆਣਪਾਂ ਵੀ, ਦਲੀਲਾਂ ਵੀ, ਸਭ ਗਈਆਂ। ਜੇ ਬੰਦਗੀ ਨਹੀਂ ਕੀਤੀ ਫਿਰ ਕੁਛ ਵੀ ਨਹੀਂ। ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਇਹ ਗੱਲ ਸਮਝਾ ਰਹੇ ਨੇ, ਕਹਿੰਦੇ ਉਰਜ ਰਹੇ ਉਰੇ ਬਾਵਰ ਗਾਵਰ, ਜਿਉਂ ਕਿਰਖੈ ਹਰਿਆਇਓ ਪਸ਼ੂਆ। ਹੋ ਚੱਲਿਆ ਉਹ ਕਮਲਿਆ, ਕਹਿੰਦੇ ਤੂੰ ਉਲਝ ਗਿਆ, ਬਾਵਲਿਆ, ਜਿਉਂ ਹਰੇ ਖੇਤ ਦੇ ਵਿੱਚ, ਹਰੇ ਖੇਤ ਦੇ ਵਿੱਚ ਪਸ਼ੂ ਫਸ ਜਾਂਦਾ, ਉਹਦੇ ਵਿੱਚ ਫਸ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਸਮਝਾਉਂਦੇ, ਜੋ ਜਾਣੈ ਤੂੰ ਆਪਣਾ ਕਾਜੈ, ਕਹਿੰਦੇ ਜੋ ਕੁਝ ਵੀ ਤੂੰ ਆਪਣੇ ਕੰਮ ਲਈ ਸਮਝ ਰਿਹਾ ਵੀ ਇਹੀ ਮੇਰਾ ਕੰਮ ਹੈ, ਜਾਂ ਇਹੀ ਮੇਰੇ ਕੰਮ ਆਊ ਚੀਜ਼, ਸੋ ਸੰਗ ਨਾ ਚੱਲੈ ਤੇਰਾ ਤਸੂਆ। ਤਸੂ ਹੁੰਦਾ ਇੰਚ ਦਾ 10ਵਾਂ ਹਿੱਸਾ,
ਜਾਂ ਦੂਜੇ ਪਾਸੇ ਗਜ ਦਾ 12ਵਾਂ ਹਿੱਸਾ, ਐਂ ਕਹਿ ਦਿੰਦੇ। ਜੋ ਕੁਝ ਵੀ ਤੂੰ ਦੇਖ ਰਿਹਾ, ਜਿਹੜੀ ਰੱਤੀ ਭਰ ਵੀ ਜੋ ਕੁਝ ਵੀ ਤੂੰ ਦੇਖ ਰਿਹਾ, ਇਹਦੇ ਵਿੱਚੋਂ ਰੱਤੀ ਭਰ ਤਸੂ ਮਾਤਰ ਤੇਰੇ ਨਾਲ ਨਹੀਂ ਜਾਊਗਾ। ਬਸ ਇਹ ਸਮਝ ਲੈ। ਕਹਿੰਦੇ ਜੋ ਜਾਣਨਾ ਤੂੰ ਆਪਣੇ ਕੱਜ ਹੈ, ਜੋ ਤੂੰ ਸਮਝਦਾ ਨਾ ਮੇਰੇ ਕੰਮ ਆਊ, ਕਹਿੰਦੇ ਕੰਮ ਆਉਣਾ ਨਹੀਂ। ਤਸੂ ਮਾਤਰ ਜਿਹੜੀ ਇੰਚ ਦਾ 10ਵਾਂ ਹਿੱਸਾ, ਜੇ ਥੋੜੀ ਤੋਂ ਥੋੜੀ ਚੀਜ਼ ਵੀ ਤੇਰੇ ਕਿਸੇ ਕੰਮ ਨਹੀਂ ਆਉਣੀ, ਤੇਰੇ ਨਾਲ ਨਹੀਂ ਜਾਣੀ। ਨਾਂਗੋ ਆਇਓ ਨਾਂਗ ਸਿਧਾਸੀ, ਜਦੋਂ ਆਇਆ ਸੀ ਇਸ ਧਰਤੀ ਤੇ ਬਸਤਰ ਨਹੀਂ ਸੀ ਪਾਏ ਹੋਏ, ਬਚਪਨ ਨਗਨ ਅਵਸਥਾ ਵਿੱਚ। ਤੇ ਜਦੋਂ ਜਾਏਗਾ ਇਸ ਦੁਨੀਆ ਤੋਂ, ਸਰੀਰ ਤੇ ਕੱਪੜੇ ਪਾਏ ਹੋਣਗੇ, ਪਰ ਸਭ ਤੋਂ ਪਹਿਲਾਂ ਜਦੋਂ ਅੱਗ ਲੱਗਦੀ ਕੱਪੜੇ ਹੀ ਸੜਦੇ ਆ। ਕਹਿੰਦੇ ਜਦੋਂ ਆਇਆ ਸੀ ਉਦੋਂ ਨੰਗਾ ਆਇਆ ਸੀ, ਜਦੋਂ ਗਿਆ ਕੱਪੜਿਆਂ ਨਾਲ ਢਕਿਆ ਸੀ, ਪਰ ਇੱਕ ਨਗਨਤਾ ਤੇਰੀ ਹਜੇ ਵੀ ਬਣੀ ਰਹੀ। ਉਹ ਕੀ ਸੀ? ਉਹ ਸੀ ਪ੍ਰੇਮ ਦਾ ਕੱਪੜਾ ਮਿਲਣਾ ਚਾਹੀਦਾ ਸੀ ਤੇਰੀ ਰੂਹ ਨੂੰ, ਆਤਮਾ ਨੂੰ, ਜਿਹਨੇ ਤੇਰਾ ਨੰਗ ਢੱਕ ਲੈਣਾ ਸੀ। ਹੋਰ ਕੋਈ ਨੰਗਾ ਕੌਣ ਮਰਦਾ ਜੀ? ਕੌਣ ਮਰਦਾ ਨੰਗਾ? ਸਭ ਨੂੰ ਕੱਪੜੇ ਕੱਫਣ ਤੇ ਪਾਈ ਦੇ ਹੀ ਹੈ। ਕਿਹੜੇ ਨੰਗ ਦੀ ਗੱਲ ਕਰ ਰਹੇ? ਇੱਕ ਤਾਂ ਨਗਨ ਹੋ ਗਿਆ ਜਿੱਦਣ ਜਨਮਿਆ ਉਦਣ ਨੰਗਾ ਜੰਮਿਆ। ਬਸ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਕਹਿੰਦੇ ਜਾਂਦਾ ਵੀ ਤੂੰ ਨੰਗਾ ਹੀ ਆ। ਲੈ ਕਿਹੜਾ ਨੰਗ ਹੈ ਇਹ? ਨਗਨ ਹੈ ਰੱਬ ਦੀ ਦਰਗਾਹ 'ਚ, ਜਿਹੜਾ ਪੱਤ ਨਹੀਂ ਟਕੀ ਜਾਣੀ, ਜਿਹੜਾ ਪ੍ਰੇਮ ਦਾ ਪਟੋਲਾ ਤੁਸੀਂ ਪੜ੍ਹਦੇ ਨਾ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਟੱਕਣ ਕੂ ਪੱਤ ਮੇਰੀ, ਮੇਰੀ ਪੱਤ ਟਕੀ ਜਾਏ, ਮੇਰੇ ਔਗਣ ਟਕੇ ਜਾਣ। ਤੇ ਕਹਿੰਦੇ ਉਹ ਕੱਪੜਾ ਤੇਰੇ ਕੋਲ ਹੈ ਇਨਸਾਨ, ਨਾਮ ਰੂਪੀ ਕੱਪੜਾ ਹੈ ਕੋਈ ਨਹੀਂ। ਨੰਗਾ ਚਲਾ ਗਿਆ ਨਾਂਗ ਸਿਧਾਸੀ। ਫੇਰ ਫਿਰਿਓ ਅਰ ਕਾਲ ਗਰਸੂਆ, ਕਹਿੰਦੇ ਬਸ ਫਿਰ ਹੁਣ ਫੇਰਿਆਂ 'ਚ ਜਣੀ ਫਿਰਦਾ ਹੀ ਹੈ, ਜਣੀ ਜਨਮਾਂ ਮਰਨਾ 'ਚ, ਜੰਮ ਗਿਆ ਮਰ ਗਿਆ, ਜੰਮ ਗਿਆ ਜੀ ਮਰ ਗਿਆ, ਜੰਮ ਗਿਆ ਫਿਰ ਮਰ ਗਿਆ। ਹੁਣ ਇਹ ਲੜੀ ਨਹੀਂ ਟੁੱਟਣ ਲੱਗੀ, ਫਿਰ ਰਿਹਾ ਘੁੰਮ ਰਿਹਾ। ਅਰ ਕਾਲ ਗਰਸੂਆ, ਕਹਿੰਦੇ ਜਨਮ ਲੈ ਲਿਆ ਫਿਰ ਮਰ ਗਿਆ, ਫਿਰ ਮੌਤ ਖੜੀ, ਫਿਰ ਜਨਮ ਲਿਆ, ਫਿਰ ਖੇਡਾਂ ਜਿਹੀਆਂ ਖੇਡੀਆਂ, ਫਿਰ ਮੌਤ ਖੜੀ। ਕਿੰਨੀ ਵਾਰ ਜੰਮਿਆ, ਕਿੰਨੀ ਵਾਰ ਮਰਿਆ, ਪਤਾ ਹੀ ਨਹੀਂ। ਕਬੀਰ ਜੀ ਕਹਿੰਦੇ ਐਸੇ ਕਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ। ਹੇ ਰਾਮ, ਕਬੀਰ ਜੀ ਕਹਿੰਦੇ ਮੈਨੂੰ ਯਾਦ ਹੈ ਇੱਦਾਂ ਦੇ ਮੈਂ ਬਹੁਤ ਘਰ ਵਸਾਏ ਹੈ, ਬਹੁਤ। ਕਿਸੇ ਨੇ ਕਿਹਾ ਨਾ ਕਬੀਰ ਜੀ ਨੂੰ ਕਬੀਰ ਜੀ, ਹੋਰ ਕਿਹਨੇ ਕਹਿਣਾ? ਕਬੀਰ ਜੀ ਦੀ ਮਾਤਾ ਜੀ, ਮਾਤਾ ਨੀਮਾ ਜੀ, ਉਹ ਇੱਦਾਂ ਦੀਆਂ ਨਸੀਹਤਾਂ ਕਬੀਰ ਜੀ ਨੂੰ ਦਿੰਦੇ ਰਹਿੰਦੇ। ਕਬੀਰ ਤੂੰ ਕੀ ਕਰਦਾ? ਰੋਜ਼ ਉੱਠਦਾ ਮਾਲਾ ਫੇਰਦਾ, ਨਿਤ ਉੱਠ ਕੋਰੀ ਗਾਗਰ ਆਨਾ, ਲੀਪਤ ਜੀਓ ਗਇਓ, ਤਾਨਾ ਬਾਨਾ ਕਛੂ ਨਾ ਸਿਉਜੈ, ਹਰ ਹਰ ਰਸ ਲਪਟਿਓ, ਹਮਰੀ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਇਓ। ਤੂੰ ਕਿਹੜੇ ਕੰਮਾਂ 'ਚ ਪੈ ਗਿਆ? ਘਰ ਕੀ ਦੇਵ ਪਿੱਤਰ ਕੀ ਛੋਡੀ, ਉਹ ਘਰ ਦੇ ਬਜ਼ੁਰਗਾਂ ਦੀ, ਦੇਵਤਿਆਂ ਦੀ, ਪਿੱਤਰਾਂ ਦੀ ਤੂੰ ਛੱਡ ਦਿੱਤੀ। ਸਾਡੇ ਵੱਡੇ ਕਬੀਰ ਜੀ ਕਹਿੰਦੇ ਕਿਹੜੇ ਵੱਡੇ ਵਡੇਰੇ? ਇਸ ਜਨਮ ਦੇ, ਇਦੋਂ ਪਹਿਲਾਂ ਵੀ ਸੀ ਕਿਸੇ 'ਚ, ਉਦੋਂ ਪਹਿਲਾਂ ਵੀ ਸੀ, ਉਹ ਤੋਂ ਪਹਿਲਾਂ ਵੀ ਸੀ। ਲੋਈ ਕਮਾਲਾ ਕਮਾਲੀ, ਕਬੀਰ ਜੀ ਕਹਿੰਦੇ ਕਈ ਵਾਰ ਮੈਂ ਆਇਆ, ਕਈ ਵਾਰ ਮੈਨੂੰ ਲੋਈ ਵਰਗੀਆਂ ਪਤਨੀਆਂ ਮਿਲੀਆਂ, ਕਈ ਵਾਰ ਕਮਾਲੇ ਤੇ ਕਮਾਲੀ ਵਰਗੀ ਧੀ ਤੇ ਪੁੱਤਰ ਮਿਲੇ, ਕਈ ਵਾਰ ਆਇਆ, ਕਈ ਰੂਪਾਂ 'ਚ ਆਇਆ, ਬੜੇ ਘਰ ਵਸਾਏ ਤੇ ਆਖਰ ਛੱਡ ਕੇ ਚਲਾ ਗਿਆ। ਹੁਣ ਕਹਿੰਦੇ ਮੈਨੂੰ ਸਮਝ ਆ ਗਈ ਵੀ ਇਹ ਤਾਂ ਬੜੀ ਵੱਡੀ ਖੇਡ ਹੈ, ਮੈਂ ਹੁਣ ਕਿਹੜੇ ਘਰ ਨੂੰ ਰੋਵਾਂ, ਕਿਹਦੀ ਫਿਕਰ ਕਰਾਂ? ਇਸ ਦੀ ਜਾਂ ਇਦੋਂ ਪਿਛਲੇ ਦੀ, ਜਾਂ ਇਦੋਂ ਪਿਛਲੇ ਦੀ? ਕਿਹਨੂੰ ਰੋਵਾਂ? ਅਬ ਹਮ ਚਲੀ, ਤਦੀ ਆਖਿਆ ਨਾ, ਅਬ ਹਮ ਚਲੀ ਠਾਕੁਰ ਪੈ ਹਾਰ। ਮੈਂ ਤਾਂ ਹੱਥ ਜੋੜ ਲਏ, ਹਾਰ ਗਿਆ ਇਸ ਪਾਸੇ ਤੋਂ, ਹੁਣ ਮੈਂ ਤਾਂ ਬਈ ਚੱਲਿਆ। ਆਪਾਂ ਕਹਿੰਦੇ ਲੈ ਵੀ ਬਸ ਹੁਣ ਨਹੀਂ। ਕਿੱਥੇ? ਕਹਿੰਦੇ ਠਾਕੁਰ ਦੀ ਸ਼ਰਨ ਵਿੱਚ ਆ ਗਿਆ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ।
ਹੁਣ ਤੇ ਤੇਰੀ ਸ਼ਰਨ ਚ ਆ ਗਏ, ਇਸ ਤਰ੍ਹਾਂ ਉਰਜ ਰਹੇ ਉਰੇ। ਜੋ ਜਾਣੈ ਤੂੰ ਆਪਣੇ ਕਾਜੈ, ਜੋ ਤੂੰ ਆਪਣੇ ਕੰਮ ਦੀ ਚੀਜ਼ ਸਮਝਦਾ ਹੈ ਵੀ ਤੇਰੇ ਕੰਮ ਆ ਜਾਏਗੀ। ਸੰਗ ਨਾ ਚਾਲੈ ਤੇਰਾ ਤਸੂਆ, ਨਾਂਗੋ ਆਇਆ ਨਾਂਗ ਸਿਧਾਸੀ। ਫੇਰ ਫਿਰਿਓ ਅਰ ਕਾਲ ਗਰਸੂਆ, ਲੰਮਾ ਚੱਕਰ ਹੈ। ਕਹਿੰਦੇ ਕਾਲ ਨੇ, ਮੌਤ ਨੇ ਤੈਨੂੰ ਫਿਰ ਗਰਸ ਲੈਣਾ ਹੈ। ਪੇਖ ਪੇਖ ਰੇ ਕਸੁੰਭ ਕੀ ਲੀਲਾ। ਓਏ ਬੰਦਿਆ, ਕਸੁੰਭਾ ਹੁੰਦਾ ਕੱਚਾ ਰੰਗ, ਮਜੀਠਾ ਹੁੰਦਾ ਪੱਕਾ ਰੰਗ। ਇੱਥੇ ਕਸੁੰਭੇ ਦੀ ਕੱਚੇ ਰੰਗ ਦੀ ਗੱਲ ਕੀਤੀ। ਕਹਿੰਦੇ ਤੂੰ ਕੱਚੇ ਰੰਗਾਂ ਦੀ ਇਹ ਲੀਲਾ ਨੂੰ ਦੇਖ ਕੇ ਨਾ, ਕੌਤਕਾਂ ਨੂੰ, ਪੇਖ ਪੇਖ ਰੇ ਕਸੁੰਭ ਕੀ ਲੀਲਾ, ਰਾਚ ਮਾਚ ਤਿੰਨਹੂ ਲਹੁ ਹਸੂਆ। ਉਹਨਾਂ ਚ ਰਚ ਮਿਚ ਕੇ, ਪੂਰਾ ਤਦਾਕਾਰ ਹੋ ਕੇ, ਕੱਚੇ ਰੰਗਾਂ ਵਿੱਚ ਫਸ ਕੇ, ਤਿੰਨਹੂ ਲਹੁ ਹਸੂਆ, ਉਸੇ ਚ ਹੱਸੀ ਫਿਰਦਾ। ਬਸ ਹੱਸੀ ਜਾਂਦਾ, ਨੱਚੀ ਜਾਂਦਾ, ਹੱਸੀ ਜਾਂਦਾ, ਨੱਚੀ ਜਾਂਦਾ। ਇਹੀ ਕੁਛ ਹੈ। ਛੀਜਤ ਡੋਰ ਦਿਨਸ ਅਰ ਰੈਨੀ। ਦਿਨ ਤੇ ਰਾਤ ਤੇਰੀ ਜ਼ਿੰਦਗੀ ਦੀ ਡੋਰੀ ਢਿੱਲੀ ਪੈਂਦੀ ਜਾਂਦੀ ਹੈ, ਕਮਜ਼ੋਰ ਹੁੰਦੀ ਜਾਂਦੀ ਹੈ। ਰੱਸਾ ਜਿਹੜਾ ਲਮਕਾਇਆ ਹੋਇਆ ਨਾ, ਇਹ ਢਿੱਲਾ ਪੈ ਰਿਹਾ। ਰੋਜ਼ 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 ਪੁਰਾਣਾ ਹੁੰਦਾ ਜਾਂਦਾ, ਜੀਰਨ ਹੁੰਦਾ ਜਾਂਦਾ। ਛੀਜਤ, ਛੀਜਤ ਛਿੱਜਣਾ ਹੁੰਦਾ, ਢਿੱਲਾ ਪੈਣਾ ਜਾਂ ਫਟਣਾ, ਟੁੱਟਣਾ। ਛੀਜਤ ਡੋਰ ਦਿਨਸ ਅਰ ਰੈਣੀ। ਹਰੇਕ ਦਿਨ ਜਿਹੜਾ ਲੰਘ ਗਿਆ, ਹਰੇਕ ਰਾਤ ਜਿਹੜੀ ਲੰਘ ਗਈ, ਇਹ ਸਮਝ ਲੈ ਤੇਰੀ ਜ਼ਿੰਦਗੀ ਰੂਪੀ ਡੋਰੀ ਘਟ ਰਹੀ ਹੈ, ਟੁੱਟ ਰਹੀ ਹੈ। ਇਹ ਜਿਹੜੀ ਡੋਰੀ ਸਵਾਸਾਂ ਦੀ ਹੈ ਨਾ, ਹਰੇਕ ਸਾਹ ਇੱਕ ਗੰਢ ਖੁੱਲ ਗਈ, ਫਿਰ ਗੰਢ ਖੁੱਲ ਗਈ, ਫਿਰ ਗੰਢ ਖੁੱਲ ਗਈ, ਆਖਰ ਖਤਮ ਹੋ ਜਾਣਾ। ਬਾਬਾ ਫਰੀਦ ਜੀ ਨੇ ਆਖਿਆ, ਜੇ ਜਾਣਾ ਤਿਲ ਥੋੜੜੇ ਤਾਂ ਸੰਭਲ ਬੁੱਕ ਭਰੀ। ਜੇ ਜਾਣਾ ਲੜ ਛਿੱਜਣਾ ਤਾਂ ਪੀਡੀ ਪਾਈ ਗੰਢ। ਤੈ ਜੇਵੜ ਮੈਂ ਨਾਹੀਂ ਕੋ ਸਭ ਜਗ ਡਿੱਠਾ ਹੰਡ। ਜੇ ਕਹਿੰਦੇ ਮੈਨੂੰ ਪਤਾ ਹੁੰਦਾ ਤਿਲ ਥੋੜੇ ਹੀ ਨੇ, ਮੈਂ ਬੁੱਕ ਥੋੜੇ ਥੋੜੇ ਭਰਦਾ, ਮੈਂ ਤਾਂ ਭਰ ਭਰ ਕੇ ਬੁੱਕ ਖਿਲਾਰ ਦਿੱਤੇ। ਮੁੜ ਜਦੋਂ ਢੋਲੀ 'ਚ ਹੱਥ ਪਾਇਆ, ਹੈ ਹੀ ਨਹੀਂ ਦਾਣੇ ਵਿੱਚ, ਤਿਲ ਥੋੜੇ ਜਿਹੀ ਸੀ। ਕਹਿੰਦੇ ਜੇ ਮੈਨੂੰ ਸਮਝ ਹੁੰਦੀ, ਕਾਹਦੇ ਤਿਲ, ਸਵਾਸਾਂ ਰੂਪੀ ਤਿਲ ਇਸ ਸਰੀਰ ਰੂਪੀ ਢੋਲੀ 'ਚ ਭਾਂਡੇ 'ਚ ਨੇ। ਕਹਿੰਦੇ ਜੇ ਮੈਨੂੰ ਪਤਾ ਹੁੰਦਾ, ਸਮਝ ਹੁੰਦੀ, ਮੈਂ ਇਹਨਾਂ ਨੂੰ ਗਵਾਉਂਦਾ ਨਾ, ਐਵੇਂ ਸੁੱਟਦਾ ਨਾ। ਕਿਸਾਨ, ਖੇਤੀ ਕਰਨ ਵਾਲਾ, ਜਦੋਂ ਬੀਜ ਬੀਜਦਾ ਕੋਸ਼ਿਸ਼ ਕਰਦਾ ਵੀ ਜਿੰਨੇ ਦਾਣੇ ਮੈਂ ਪਾਏ, ਇੱਕ ਵੀ ਦਾਣਾ ਉੱਗੇ ਬਿਨਾਂ ਰਹਿ ਨਾ ਜਾਵੇ। ਜਿੰਨੇ ਵੀ ਦਾਣੇ ਮੈਂ ਖੇਤ 'ਚ ਸੁੱਟੇ, ਸਾਰੇ ਉੱਗ ਜਾਣ। ਸਿਆਣਾ ਕਿਸਾਨ ਇੱਦਾਂ ਹੀ ਸੋਚਦਾ ਨਾ, ਸਿਆਣਾ ਇਨਸਾਨ ਵੀ ਇੱਦਾਂ ਹੀ ਸੋਚਦਾ ਹੈ। ਜਿੰਨੇ ਮੈਂ ਸਾਹ ਬਾਹਰ ਕੱਢੇ, ਜਿੰਨੇ ਮੇਰੇ ਦਿਨ ਲੰਘੇ, ਇਹਨਾਂ ਦਿਨਾਂ ਦਾ ਕੋਈ ਮਤਲਬ ਹੋਣਾ ਚਾਹੀਦਾ। ਜ਼ਿੰਦਗੀ ਦਾ ਜਿੰਨਾ ਟਾਈਮ ਸਮਾਂ ਲੰਘਾਇਆ, ਇਹ ਕਿਸੇ ਉੱਚੇ ਮਕਸਦ ਲਈ ਹੋਣਾ ਚਾਹੀਦਾ। ਇਹ ਨਹੀਂ ਵੀ ਰੋਜ਼ ਦੀ ਤਰ੍ਹਾਂ ਹੀ ਜੰਮਿਆ, ਖਾ ਲਿਆ, ਪੀ ਲਿਆ, ਸੌਂ ਗਿਆ। ਇੱਦਾਂ ਦੀ ਜ਼ਿੰਦਗੀ ਕੋਈ ਬੰਦਾ ਇੱਕ ਦਿਨ ਜਿਉਇਆ ਤੇ ਕੋਈ ਬੰਦਾ 100 ਸਾਲ ਜਿਉਇਆ, ਇੱਕ ਬਰਾਬਰ ਹੈ। ਸਮਝੋ ਨਾ, ਸਵੇਰੇ ਉੱਠਿਆ, ਖਾ ਲਿਆ, ਪੀ ਲਿਆ, ਗੱਲਾਂ ਗੁੱਲਾਂ ਜਿਹੀਆਂ ਮਾਰੀਆਂ, ਫਿਰ ਸੌਂ ਲਿਆ। ਕੀ ਰੂਟੀਨ ਹੈ ਤੁਹਾਡੀ? ਲਜੀਤ, ਤੁਹਾਡੇ 'ਚੋਂ ਬੰਦਿਆਂ ਦੀ ਰੂਟੀਨ 2 ਮਿੰਟਾਂ 'ਚ ਮੈਂ ਦੱਸ ਸਕਦਾ। ਮੇਰਾ ਇੱਕ ਬਹੁਤ ਪਿਆਰਾ ਸਿਆਣਾ ਮਿੱਤਰ ਸੀ, ਉਹ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀ। ਮੈਂ ਉਹਨੂੰ ਆਖਿਆ, ਉਹ ਦੂਜੇ ਬੰਦੇ ਨੂੰ ਆਖਿਆ, ਇਹਨੂੰ ਰੂਟੀਨ ਦੱਸੀ ਆਪਣੀ। ਉਹਨੇ ਅੱਗੋਂ ਪਤਾ ਕੀ ਕਿਹਾ? ਕਹਿੰਦਾ ਲਓ ਮੈਂ ਦੱਸ ਦਿੰਦਾ ਜੀ ਇਹਦੀ ਰੂਟੀਨ ਕੀ ਹੋਣੀ। ਮੈਂ ਕਿਹਾ ਤੈਨੂੰ ਕੀ ਪਤਾ? ਕਹਿੰਦਾ ਮੈਂ ਦੱਸ ਦਿੰਦਾ, ਇਹੀ ਹੁੰਦੀ ਬੰਦਿਆਂ ਦੀ। ਕਹਿੰਦਾ ਸਵੇਰੇ ਲੇਟ ਉੱਠਦਾ ਹੋਣਾ ਇਹ। ਕਹਿੰਦਾ ਫਿਰ ਉੱਠ ਕੇ ਘੰਟਾ ਵਾਸ਼ਰੂਮ ਚਲਾਉਂਦਾ ਹੋਣਾ ਘੱਟੋ ਘੱਟ, ਨਹਾ ਕੇ ਫਿਰ ਰੋਟੀਆਂ ਨੂੰ ਗੇੜੇ ਦੇਣ ਲੱਗ ਜਾਂਦਾ ਹੋਣਾ, ਪਰੌਂਠਿਆਂ ਨੂੰ ਦਹੀਂ ਨਾਲ ਖਾਧੇ, ਫਿਰ ਪੜ੍ਹਦਾ ਤਾਂ ਕਾਲਜ, ਜੀ ਦੁਕਾਨ ਹੈ ਦੁਕਾਨ 'ਤੇ ਬਹਿ ਗਿਆ, ਸ਼ਾਮ ਨੂੰ ਫਿਰ ਆਉਂਦਾ, ਫੋਨ ਦੇਖ ਕੇ ਰੋਟੀਆਂ ਖਾ ਕੇ ਸੌਂ ਗਿਆ। ਆਹ ਰੂਟੀਨ ਹੈ। ਫਿਰ ਉਹਨੂੰ ਪੁੱਛਿਆ ਕਿਉਂ? ਇਹੀ ਹੈ। ਕਹਿੰਦਾ ਜੀ ਸੇਮ ਜੀ ਹੈ, ਬਸ ਲਗਭਗ ਇੱਦਾਂ ਦੀ ਉਹ, ਆਹੀ ਕੁਛ ਹੈ। ਜਾਣੀ ਸਾਰੀ ਦੁਨੀਆ ਇੱਕ ਬੰਦੇ ਦੀ ਜੋ ਰੂਟੀਨ ਹੈ ਆਮ,
ਉਹਦੀ ਆਪਣੀ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਗਈ, ਉਹਦੇ ਆਲੇ ਦੁਆਲੇ ਦੇ ਲੋਕਾਂ ਦੇ ਉਹੀ ਲੰਘ ਗਏ। ਤੁਸੀਂ ਦੱਸੋ ਵੀ ਕੀ ਖਾਸ ਕਮਾਈ ਕਰ ਲਈ ਤੁਸੀਂ, ਕੀ ਕਰ ਲਿਆ ਤੁਸੀਂ? ਫਿਰ ਇਹਦੇ ਨਾਲ ਤਾਂ ਇੱਕ ਦਿਨ ਜਿਉਂ ਲੈ ਬਸ, ਠੀਕ ਹੈ। ਆਹੀ ਕੁਛ ਜੇ ਸਾਰੀ ਜ਼ਿੰਦਗੀ ਉਹ ਕਰਨਾ, ਫਿਰ ਤੁਹਾਡੀ 100 ਸਾਲ 70 ਸਾਲ 50 ਸਾਲ ਦੀ ਜ਼ਿੰਦਗੀ ਦੇ ਮਾਇਨੇ ਕੀ ਹੈ? ਬਸ ਇਹ ਦੱਸੋ, ਕਾਹਦੇ ਲਈ ਜ਼ਿੰਦਗੀ ਜਿਉਂ ਰਹੇ ਹੋ? ਵੱਡਾ ਸਵਾਲ ਨਹੀਂ ਤੁਹਾਡੇ। ਜੇ ਕੁਛ ਕਰਨ ਵਾਸਤੇ ਨਹੀਂ, ਕਰਨਾ ਹੀ ਨਹੀਂ ਕੁਛ ਤੁਸੀਂ, ਤੇ ਫਿਰ ਬੋਝ ਹੋ ਤੁਸੀਂ ਆਪਣੇ ਪਰਿਵਾਰ ਤੇ ਸਮਾਜ ਤੇ। ਇਸ ਲਈ ਗੁਰੂ ਸਾਹਿਬ ਤੇ ਇਹ ਗੱਲ ਸਮਝਾਉਂਦੇ ਆ, ਕਹਿੰਦੇ ਕਰਤ ਕਰਤ ਇਵਹੀ ਬਿਰਧਾਨੋ, ਕਰਦਿਆਂ ਕਰਦਿਆਂ ਇਹੀ ਰੋਜ਼ ਦਾ ਹੀ ਇਹੀ ਕੰਮ, ਫਿਰ ਬੁੱਢਾ ਹੋ ਗਿਆ। ਜਦੋਂ ਕੁਛ ਅੱਗੇ ਤਰੱਕੀ ਨਹੀਂ ਕੀਤੀ, ਫਿਰ ਬੰਦੇ ਨੂੰ ਅੰਦਰੋਂ ਖਿਝ ਪੈਂਦੀ ਹੈ, ਫਿਰ ਬੰਦਾ ਅੰਦਰੋਂ ਪਛਤਾਉਂਦਾ ਹੈ। ਕੋਈ ਬਹੁਤ ਵੱਡਾ ਮਾਰਕਾ ਨਹੀਂ ਮਾਰ ਲਿਆ ਤੁਸੀਂ, ਕੋਈ ਘਰ ਬਣਾ ਲਿਆ, ਕੋਈ 2 ਬੱਚੇ ਜੰਮ ਲਏ ਤੁਸੀਂ, ਇਹ ਕੁਛ ਨਹੀਂ ਹੈ। ਇਹ ਤਾਂ ਪਸ਼ੂਆਂ ਦੇ ਵੀ ਹੈਗੇ ਆ, ਹੈ ਨਹੀਂ ਕਿਤੇ? ਹਰੇਕ ਸੀਜ਼ਨ 'ਚ ਕੁੱਤੇ, ਆਹ ਸੂਅਰ, ਕਿੰਨੇ ਕਿੰਨੇ ਨਿਆਣੇ ਹੁੰਦੇ ਉਹਨਾਂ ਦੇ ਪਿੱਛੇ। ਇਹ ਕੁਛ ਨਹੀਂ। ਤੁਸੀਂ ਖਾ ਲਿਆ, ਪਸ਼ੂ ਵੀ ਖਾਂਦੇ ਆ। ਤੁਸੀਂ ਆਖੇ ਸੌਂ ਜਾਂਦੇ, ਉਹ ਵੀ ਸੌਂਦੇ ਆ। ਉਹ ਨਿੰਦਰਾ ਭੋਜਨ ਭੋਗ ਪੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਿਕਤਾ, ਗਿਆਨ ਬਿਨਾ ਪਸ਼ੂ ਜਾਨ। ਬੰਦੇ 'ਚ ਕੇਵਲ ਚੇਤਨਾ ਦੇ ਤਲ ਤੇ ਬੰਦਾ ਉੱਪਰ ਹੈ। ਜੇ ਚੇਤਨਾ ਨੂੰ ਆਪਣੀ ਨੂੰ ਨਹੀਂ ਵਰਤ ਰਿਹਾ ਤੇ ਪਸ਼ੂ ਹੀ ਹੈ ਬਸ। ਤੇ ਚੇਤਨਾ ਕੀ ਹੈ? ਚੇਤਨਾ ਆਪਣੇ ਆਪੇ ਨੂੰ ਜਾਣਨਾ, ਮੈਂ ਕਿਉਂ ਆਇਆ, ਐਡਾ ਵੱਡਾ ਜੀਵਨ ਮੈਨੂੰ ਕਿਉਂ ਮਿਲਿਆ, ਇੰਨਾ ਮਨੁੱਖੀ ਜੀਵਨ, ਐਡਾ ਕੀਮਤੀ, ਐਡੀ ਵੱਡੀ ਮਸ਼ੀਨਰੀ, ਐਡੀ ਵੱਡੀ, ਕਾਹਦੇ ਲਈ ਮਿਲੀ ਹੈ? ਤੁਸੀਂ ਵੇਖੋ, ਤੁਹਾਡੇ ਅੰਦਰ ਖੂਨ ਰੋਜ਼ ਬਣ ਰਿਹਾ। ਤੁਸੀਂ ਖਾਂਦੇ ਹੋ ਰੋਟੀਆਂ, ਪੀਂਦੇ ਹੋ ਪਾਣੀ, ਤੇ ਰੋਜ਼ ਖੂਨ ਬਣ ਰਿਹਾ ਨਾ। ਲੋ, ਦੁਨੀਆ ਦੇ ਉੱਤੇ ਵੱਡੀਆਂ ਕੰਟਰੀਆਂ ਨੇ ਅਰਬਾਂ ਖਰਬਾਂ ਡਾਲਰ ਖਰਚ ਦਿੱਤੇ ਇਸ ਕੰਮ ਤੇ। ਅੱਜ ਤੱਕ ਮਸ਼ੀਨ ਨਹੀਂ ਇੱਦਾਂ ਦੀ ਬਣੀ ਵੀ ਉਹਦੇ ਵਿੱਚ ਤੁਸੀਂ ਪਾ ਦਿਓ ਰੋਟੀਆਂ ਤੇ ਥੱਲੋਂ ਖੂਨ ਦੀ ਬੋਤਲ ਭਰ, ਉੱਤੇ ਰੋਟੀਆਂ ਪਾ ਦਿਓ ਤੇ ਪਾਣੀ ਪਾ ਦਿਓ ਤੇ ਵਿੱਚ ਦੁੱਧ ਪਾ ਦਿਓ, ਤੇ ਆਪੇ ਹੀ ਮਸ਼ੀਨ ਤੁਹਾਡੇ ਸਮਾਨ ਨੂੰ ਲੈ ਲਵੇ ਤੇ ਵਿੱਚੋਂ ਖੂਨ ਬਣਾ ਦੇਵੇ। ਲੈ ਜੇ ਬਣੀ ਆ ਤਾਂ ਦੱਸ ਦਿਓ ਮੈਨੂੰ ਵਿੱਚ। ਹੁਣ ਵੀ ਕੱਲ ਪਰਸੋਂ ਹੀ ਦੇਖੋ ਤੁਸੀਂ, ਇੱਥੇ ਕਿ ਸ਼ਾਮ ਨੂੰ ਬੰਦਾ ਸਾਨੂੰ ਟੱਕਰਿਆ ਬਾਹਰ, ਉਹ ਕਹਿੰਦਾ ਜੀ ਖੂਨ ਚਾਹੀਦਾ। ਇਹ ਪੋਜ਼ਿਟਿਵ ਵਿਗਿਆਨੀ ਜਿਹਨੂੰ ਇੱਥੇ ਭੁਪਿੰਦਰ ਸਿੰਘ ਕੋਲ ਆਇਆ ਸੀ, ਉਹਨਾਂ ਨੇ ਫੋਨ ਕੀਤਾ, ਕਿਸੇ ਨਾ ਕਿਸੇ ਤੋਂ ਖੂਨ, ਜਾਣੀ ਬੰਦੇ ਤੋਂ ਲੈ ਕੇ ਤੇ ਬੰਦੇ ਨੂੰ ਚਾੜਨਾ ਪੈਂਦਾ, ਬੰਦੇ ਨੂੰ ਲੈ ਕੇ ਬੰਦੇ ਤੋਂ ਖੂਨ ਤੇ ਬੰਦੇ ਨੂੰ ਚਾੜਿਆ। ਮੇਰੇ ਦਿਲ 'ਚ ਇੱਕਦਮ ਉਹੀ ਗੱਲ ਆਈ ਵੀ ਮੈਂ ਕਿਹਾ ਵੀ ਦੇਖੋ, ਹੁਣ ਵੀ ਬੰਦਾ ਖੂਨ ਬੰਦੇ ਤੋਂ ਹੀ ਮੰਗ ਰਿਹਾ। ਕਾਰਨ ਕਿਉਂਕਿ ਕੋਈ ਇੱਦਾਂ ਦੀ ਮਸ਼ੀਨਰੀ ਨਹੀਂ ਬਣੀ ਅੱਜ ਤੱਕ ਵੀ ਖੂਨ ਬਣਾ ਦੇ। ਤੇ ਹਰੇਕ, ਫਿਰ ਤੁਸੀਂ ਹੈਰਾਨ, ਤੁਸੀਂ ਹਰੇਕ ਬੰਦੇ 'ਚ ਫਿੱਟ ਹੈ। ਬੋਲੋ, ਪਰਮਾਤਮਾ ਨੇ ਇੰਨੀਆਂ ਮਸ਼ੀਨਾਂ ਬਣਾਈਆਂ, ਹਰੇਕ ਬੰਦੇ 'ਚ, ਹਰੇਕ ਗਧੇ 'ਚ, ਹਰੇਕ ਕੁੱਤੇ 'ਚ ਫਿੱਟ ਕਰ ਰੱਖੀ ਉਹਨੇ, ਐਡੀ ਵੱਡੀ ਮਸ਼ੀਨ ਹੈ ਨਹੀਂ? ਖਾਂਦੇ ਆ ਘਾਹ, ਬਣ ਰਿਹਾ ਖੂਨ ਗਧੇ 'ਚ, ਬੰਦੇ 'ਚ ਖਾਂਦਾ ਰੋਟੀਆਂ, ਦੁੱਧ ਤੇ ਜੋ ਮਰਜ਼ੀ ਖਾਂਦਾ ਪੀਂਦਾ, ਅੰਦਰੋਂ ਖੂਨ। ਇਹ ਇੰਨੀ ਕੀਮਤੀ ਮਸ਼ੀਨਰੀ ਫਿੱਟ ਕੀਤੀ ਤੁਹਾਡੇ ਅੰਦਰ। ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਸੋਨੇ ਦੀਆਂ ਕਈਆਂ ਦੇ ਨਾਲ ਤੇ ਉੱਥੋਂ ਮੱਝਾਂ ਦਾ ਗੋਬਰ ਇਕੱਠਾ ਕਰਦੇ ਫਿਰੋ। ਇਹ ਤਾਂ ਕਿਤੇ ਨਹੀਂ ਸਿਆਣਪ ਹੁੰਦੀ। ਹੈ ਤੁਹਾਡੇ ਕੋਲ ਸੋਨੇ ਦੀਆਂ ਕਈਆਂ, ਹੀਰੇ ਮੋਤੀ ਜਵਾਹਰਾਤ, ਤੇ ਤੁਸੀਂ ਚੰਦਨ ਦੀਆਂ ਲੱਕੜਾਂ ਦੇ ਨਾਲ ਕਦੇ ਬਬੂਲ ਨੂੰ ਬਾੜ ਨਹੀਂ ਕਰਦੇ, ਕਦੇ ਕਿੱਕਰਾਂ ਦੇ ਦਰਖਤਾਂ ਨੂੰ ਕਦੇ ਚੰਦਨ ਦੇ ਰੁੱਖਾਂ ਨਾਲ ਬਾੜ ਕਰੀ ਦੇਖੀ ਨਹੀਂ ਨਾ ਕਰੀ, ਪਰ ਬੰਦਾ ਕਰ ਰਿਹਾ ਰੋਜ਼। ਇੰਨਾ ਕੀਮਤੀ ਇਹਦੇ ਸਰੀਰ ਦਾ ਜੇ ਮੁੱਲ, ਮੈਂ ਇੱਕ ਦਿਨ ਕਿਤੇ ਗੂਗਲ 'ਚ ਪਾ ਕੇ ਦੇਖਿਆ ਵੀ ਇਹਦੇ ਬੰਦੇ ਦੀ ਬਾਡੀ ਦੀ ਕਿੰਨੀ ਕੁ ਕੀਮਤ ਹੋਣੀ। ਸੱਚ ਜਾਣਿਓ, ਜ਼ੀਰੋਆਂ ਗਿਣਦੇ ਮੇਰੀ ਗਿਣਤੀ ਮੁੱਕ ਗਈ। ਮੈਂ ਕਿਹਾ ਇੰਨਾ ਕੀਮਤੀ ਹੁੰਦਾ ਇਹ ਬਾਡੀ ਬੰਦੇ ਦੀ। ਤੁਸੀਂ ਕੋਈ ਬੰਦਾ ਤੁਹਾਡੇ ਉਂਗਲ ਨੂੰ ਟੱਕ ਲੱਗ ਜਾਏ, ਕੱਟ ਲੱਗ ਜਾਏ, ਉਹਨੂੰ ਡਾਕਟਰ ਕੀ ਕਰਦਾ? ਪੱਟੀ ਕਰ ਦੇਗਾ, ਪਲਸਤਰ ਕਰ ਦੇਗਾ। ਸਰੀਰ ਦੀ ਕਿਤੇ ਹੋਰ ਲੋੜ ਪੈ ਜਾਏ, ਤੁਹਾਡੇ ਸਰੀਰ ਦਾ ਹੀ ਮਾਸ ਲੈ ਕੇ ਤੁਹਾਡੇ ਸਰੀਰ ਨੂੰ ਲੱਗਦਾ, ਦੂਜੇ ਦਾ ਨਹੀਂ ਲੱਗਦਾ।
ਤੁਹਾਡੇ ਸਰੀਰ ਨੂੰ ਕਈ ਵਾਰ ਤੁਹਾਡੇ 'ਚੋਂ ਜ਼ਿਆਦਾ ਤਜਰਬੇਕਾਰ ਨੇ ਆਪਰੇਸ਼ਨ ਕਰਦੇ ਆ, ਕਿਤੇ ਸਰੀਰ ਦਾ ਮਾਸ ਲੋੜ ਪੈ ਜਾਂਦੀ, ਦੂਜੀ ਉਹਦੇ ਪੱਟ 'ਚੋਂ ਲੈ ਕੇ ਉਹਦੇ ਸਰੀਰ 'ਤੇ ਭਰਦੇ, ਕਿਸੇ ਕੁੱਤੇ ਦਾ, ਕਿਸੇ ਗਧੇ ਦਾ, ਕਿਸੇ ਚੂਹੇ ਦਾ, ਕਿਸੇ ਖਰਗੋਸ਼ ਦਾ, ਜਾਂ ਕਿਸੇ ਭੈਣ ਭਾਈ ਦਾ ਮਾਸ ਦੂਜੇ ਦੇ ਮਾਸ 'ਤੇ ਲੱਗਦਾ ਨਹੀਂ। ਤੇ ਜਿਸ ਨੇ ਇੰਨੀ ਵਧੀਆ ਚੀਜ਼ ਬਣਾਈ, ਜਿਹੜੀ ਹਰੇਕ ਬੰਦੇ ਨੂੰ ਕਹਿ ਲਓ ਵੱਖਰੇ ਢੰਗ ਦਾ ਯੂਨੀਕ ਬਣਾਇਆ। ਲੱਖਾਂ ਬੰਦੇ ਦੁਨੀਆ ਤੇ ਹੁਣ ਨੇ, ਕਰੋੜਾਂ, ਇੰਨੇ ਹੀ ਇੱਦੋਂ ਪਹਿਲਾਂ ਹੋ ਕੇ ਮਰ ਗਏ, ਇੱਦੋਂ ਬਾਅਦ ਵੀ ਇੰਨੇ ਹੋਣਗੇ। ਕਿਸੇ ਬੰਦੇ ਦੇ ਫਿੰਗਰਪ੍ਰਿੰਟ ਇੱਕ ਦੂਜੇ ਨਾਲ ਮੈਚ ਨਹੀਂ ਕਰਦੇ। ਕਿਸੇ ਦੀਆਂ ਅੱਖਾਂ ਦਾ ਜਿਹੜਾ ਨਕਸ਼ਾ, ਕੌਣ ਹੈ ਬਈ ਜਿਹਨੇ, ਤੁਸੀਂ ਬੰਦਿਆਂ ਦੀ ਤੇ ਛੱਡ ਦਿਓ, ਜਿੰਨੇ ਰੁੱਖ ਨੇ ਹਰੇਕ ਰੁੱਖ ਨੂੰ ਪੱਤੇ ਨੇ, ਹਰੇਕ ਪੱਤੇ ਦੀ ਬਣਾਵਟ ਵੱਖਰੀ ਹੈ, ਕਿਸੇ ਦਾ ਵਜਨ ਵੱਖਰਾ, ਕਿਸੇ ਦਾ ਰੰਗ ਵੱਖਰਾ, ਕਿਸੇ ਦੇ ਉੱਤੇ ਉਹ ਲਾਈਨਾਂ ਵੱਖਰੀਆਂ। ਉਹ ਫਿਰ ਜਿਹੜਾ ਐਡਾ ਵੱਡਾ ਬਣਾਉਣ ਵਾਲਾ ਔਰ ਇੰਨੀ ਸ਼ਾਨਦਾਰ ਚੀਜ਼ ਜਿਹਨੇ ਬਣਾਈ, ਇੰਨੀ ਮਹਿੰਗੀ, ਉਹ ਕਿਸੇ ਕੰਮ ਲਈ ਬਣਾਈ ਹੋਣੀ, ਐਵੇਂ ਗਵਾਉਣ ਲਈ ਨਹੀਂ ਬਣਾਈ। ਫਿਰ ਮਰਜ਼ੀ ਤੁਹਾਡੀ ਹੈ, ਗਵਾ ਲਓ, ਕੀ ਜਾਂਦਾ ਕਿਸੇ ਦਾ। ਇੰਨਾ ਸੋਹਣਾ ਸੁੰਦਰ ਕੀਮਤੀ ਸਰੀਰ ਜਿਹੜਾ ਇੱਕ ਵਾਰੀ ਮਿਲ ਗਿਆ, ਮੁੜ ਕੇ ਮਿਲਣਾ ਤੱਕ ਨਹੀਂ ਮਿਲਣਾ। ਇਹਦਾ ਕੋਈ ਤੋੜ ਨਹੀਂ, ਬਸ ਕੁਛ ਨਹੀਂ ਹੋ ਸਕਦਾ ਹੱਲ। ਜਦੋਂ ਸਾਹ ਨਿਕਲ ਗਏ ਫਿਰ ਕੋਈ ਲਿਆ ਨਹੀਂ ਸਕਦਾ। ਪਰ ਗੁਰੂ ਜੀ ਸਾਨੂੰ ਕਹਿ ਰਹੇ ਆ, ਰੋਜ਼ ਰੋਜ਼ ਸਮਝਾ ਰਹੇ ਆ, ਪਰ ਸਮਝਦਾ ਹੈ ਨਹੀਂ। ਕਹਿੰਦੇ ਦੇਖਦਾ ਤੂੰ ਕਰਤ ਕਰਤ ਇਵਹੀ ਵਿਰਧਾਨੋ, ਤੇਰੀ ਰੂਟੀਨ ਦੇਖ ਕੀ ਹੈ, ਜੋ ਤੂੰ ਰੋਜ਼ ਰੋਜ਼ ਕਰ ਰਿਹਾ, ਰੋਜ਼ ਉਹੀ ਕੁਛ। ਬੁੱਢਾ ਹੋ ਗਿਆ, ਕਹਿੰਦੇ ਹਾਰਿਓ ਉਕਤੇ ਤਨ ਖੀਨ ਸੂਆ। ਬੁੱਢਾ ਹੋ ਗਿਆ, ਉਕਤੀਆਂ ਜੁਗਤੀਆਂ ਦਲੀਲਾਂ ਖਤਮ। ਜਿੰਨੀ ਕੁ ਅਕਲ ਸਿਆਣਪ ਖੂਨ 'ਚ ਜੋਸ਼ ਹੁੰਦਾ ਨਾ, ਜਦੋਂ ਬੰਦਾ ਸੋਚਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ, ਜੇ ਬੁੱਢਾ ਹੁੰਦਾ ਭੁੱਲਣ ਲੱਗ ਜਾਂਦੀ ਸਿਆਣਪ, ਯਾਦ ਨਹੀਂ ਆਉਂਦੀਆਂ ਗੱਲਾਂ, ਨਾਮ ਭੁੱਲ ਜਾਂਦੇ, ਚੇਤੇ ਨਹੀਂ ਰਹਿੰਦੇ, ਆਪਣੇ ਵੀ ਨਹੀਂ ਚੇਤੇ ਰਹਿੰਦੇ। ਧੀ ਕਹਿੰਦੀ ਹੈ ਮੈਂ ਫਲਾਣੀ ਆ, ਉਹਨੂੰ ਫਿਰ ਵੀ ਨਹੀਂ ਯਾਦ ਆਉਂਦੀ, ਉਹ ਕਹਿੰਦਾ ਅੱਛਾ ਠੀਕ। ਉਹੀ ਸੀ ਜਿਹੜਾ ਕੱਲੀ ਕੱਲੀ ਗੱਲ ਨੂੰ ਯਾਦ ਰੱਖਦਾ ਸੀ, ਅਖਬਾਰ 4 ਵਾਰੀ ਪੜ੍ਹ ਜਾਂਦਾ ਸੀ, ਜਦੋਂ ਮਰਜੀ ਜਿੱਥੇ ਮਰਜੀ ਦੀ ਗੱਲ ਪੁੱਛ ਲਓ, ਇਹਨੂੰ ਯਾਦ ਸੀ। ਉਹ ਤਾਂ ਬੁੱਢੇ ਹੋਈ ਭੁੱਲ ਗਈਆਂ, ਤੈਨੂੰ ਅੱਗੇ ਕਿੱਥੇ ਕੰਮ ਆਉਣਗੀਆਂ ਦੱਸ। ਬੁੱਢਾ ਹੋ ਗਿਆ, ਬੌਧਿਕ ਪੱਧਰ ਤੇ ਵੀ ਕੰਗਾਲੀ ਆ ਗਈ, ਜਿੰਨਾ ਗਿਆਨ ਤੇਰਾ, ਨੌਲੇਜ ਤੇਰੀ, ਸਭ ਕੁਝ ਸੀ, ਸਭ ਮੁੱਕ ਗਈ ਤੇ ਤੈਨੂੰ ਕਿਸੇ ਕੰਮ ਨਹੀਂ ਆਈ। ਇਸ ਲਈ ਤਦੇ ਗੁਰੂ ਸਾਹਿਬ ਕਹਿੰਦੇ ਆ, ਕਹਿੰਦੇ ਇਹ ਗੱਲ ਨੂੰ ਸਮਝ ਲੈ, ਇਉਂ ਜ਼ਿੰਦਗੀ ਲੰਘਾ ਕੇ ਬੁੱਢਾ ਹੋ ਗਿਆ, ਬੁੱਢਾ ਹੋ ਕੇ ਬਜ਼ੁਰਗ ਹੋ ਗਿਆ, ਹਾਰਿਓ ਉਕਤੇ ਉਕਤੀਆਂ ਜੁਗਤੀਆਂ ਹਾਰ ਗਈਆਂ, ਤਨ ਖੀਨ ਸੂਆ, ਸਰੀਰ ਖੀਨ ਹੁੰਦਾ, ਕਮਜ਼ੋਰ। ਕਹਿੰਦੇ ਰੋਜ਼ ਕਮਜ਼ੋਰ ਹੋ ਰਿਹਾ ਹੈ। ਬਚਪਨ ਤੋਂ ਜਵਾਨੀ ਵੱਲ ਜਾਂਦਾ, ਜਵਾਨੀ ਤੋਂ ਬਾਅਦ ਫਿਰ ਬੁਢਾਪੇ ਪਾਸ, ਫਿਰ ਅੰਤ ਜਾ ਰਿਹਾ ਕਿੱਧਰ ਨੂੰ, ਮੌਤ ਵੱਲ ਨੂੰ ਜਾ ਰਿਹਾ, ਤੇ ਬਸ ਇੱਕ ਦਿਨ ਮਰ ਜਾਣਾ। ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੂਆ। ਕਹਿੰਦੇ ਮਾਇਆ ਨਾਲ ਇਹਦੀ ਇੰਨਾ ਮੋਹ ਹੈ, ਜਿਵੇਂ ਜਵਾਨੀ ਅਵਸਥਾ ਦੇ ਵਿੱਚ ਜਵਾਨ ਸਰੀਰਾਂ ਨੂੰ ਜਵਾਨ ਸਰੀਰ ਚੰਗੇ ਲੱਗਦੇ, ਬਰਾਬਰ ਦੇ ਮਿੱਤਰ ਇੱਕ ਦੂਜੇ ਨਾਲ ਬੜਾ ਪਿਆਰ ਕਰਦੇ ਨਾ, ਹਮ ਉਮਰ ਯਾਦ ਰਹਿੰਦੇ। ਕਹਿੰਦੇ ਜਿਵੇਂ ਆਪਣੇ ਬਚਪਨ ਦੇ ਜਾਂ ਹਮ ਉਮਰ ਬੰਦਿਆਂ ਨੂੰ ਬੰਦਾ ਪਿਆਰ ਕਰਦਾ ਹੁੰਦਾ ਹੈ, ਮੋਹਣੀ ਰੂਪ ਦੇ ਵਿੱਚ ਇਸਤਰੀ ਦਾ ਪੁਰਸ਼ ਵੱਲ ਨੂੰ ਖਿਚਾ, ਪੁਰਸ਼ ਦਾ ਇਸਤਰੀ ਵੱਲ ਨੂੰ ਖਿਚਾ। ਕਿਉਂ? ਹੁਣ ਜਿਹੜੀ ਮੈਡੀਕਲ ਸਾਇੰਸ ਹੈ ਇਸ ਚੀਜ਼ ਨੂੰ ਸਿੱਧ ਕਰ ਚੁੱਕੀ ਹੈ ਵੀ ਇਸਤਰੀ 'ਚ ਪੁਰਸ਼ ਅਧੂਰਾ ਤੇ ਪੁਰਸ਼ 'ਚ ਇਸਤਰੀ ਅਧੂਰੀ। ਲੜਕੀ ਨੂੰ ਆਪਣੇ ਪਿਤਾ ਨਾਲ ਵੱਧ ਪਿਆਰ, ਲੜਕੇ ਨੂੰ ਆਪਣੀ ਮਾਂ ਨਾਲ ਵੱਧ ਪਿਆਰ, ਜੇ ਗਰਜਾਂ ਨਾ ਹੋਣ ਤਾਂ। ਇਹ ਗੱਲ ਦਾ ਫਰਕ ਹੁੰਦਾ ਵਿੱਚ। ਜਦੋਂ ਲੋੜਾਂ ਤੇ ਗਰਜਾਂ ਦੀ ਗੱਲ ਹੁੰਦੀ, ਉੱਥੇ ਜਾ ਕੇ ਬੱਚਿਆਂ ਨੂੰ ਇੰਨਾ ਪਤਾ ਨਹੀਂ ਹੁੰਦਾ, ਪਰ ਅੰਦਰ ਦੀ ਖਿੱਚ ਇਹ ਹੁੰਦੀ ਹੈ, ਕਾਰਨ ਹੈ ਉਹਦੇ ਪਿੱਛੇ। ਬਾਣੀ ਨੇ ਵੀ ਆਖਿਆ, ਬਾਲ ਕੰਨਿਆ ਕੋ ਬਾਪ ਪਿਆਰਾ, ਬੱਚੀ ਨੂੰ ਆਪਣਾ ਪਿਤਾ। ਉਹਦਾ ਕਾਰਨ ਕੀ ਹੈ? ਉਹਦੇ ਅੰਦਰ ਇਹੀ ਹੈ,
ਹੈ ਤਾਂ ਆਪਾਂ ਲਗਭਗ ਸੇਮ ਹੀ ਆ, ਉਹੀ ਕੋਈ ਸ਼ੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਂ ਦਾ ਖੂਨ ਪਿਤਾ ਦੇ ਬਿੰਦ ਦੇ ਨਾਲ ਸਾਡਾ ਸਾਰਿਆਂ ਦਾ ਸਰੀਰ ਨਿਰਮਿਤ ਹੋਇਆ। ਪਰ ਮਨੁੱਖ ਦੇ ਵਿੱਚ, ਬੰਦੇ ਵਿੱਚ ਦੂਜੇ ਤਰ੍ਹਾਂ ਦੇ ਥੋੜ੍ਹੇ ਜਿਹੇ ਸੈੱਲ ਦਾ ਫਰਕ ਪੈ ਗਿਆ। ਜਦੋਂ ਪੜ੍ਹਾਈ ਕਰਾਈ ਜਾਂਦੇ ਉਹ ਦੱਸਦੇ ਆ ਇਕੱਲੀ ਗੱਲ। ਤੇ ਲੜਕੀ ਵਿੱਚ ਦੂਜੇ, ਜਿਹੜੀ ਬੰਦੇ ਵਿੱਚ ਉਹ ਲੜਕੇ ਵਿੱਚ ਲੜਕੀ ਅਧੂਰੀ, ਲੜਕੀ 'ਚ ਲੜਕਾ। ਤਾਂ ਕਰਕੇ ਖਿੱਚ ਹੁੰਦੀ, ਕੁਦਰਤੀ ਖਿੱਚ ਹੁੰਦੀ ਹੈ। ਕੁਦਰਤੀ ਸਮਝੋ ਜਾਂ ਕਹਿ ਲਓ ਸਰੀਰ ਦੀ ਬਣਾਵਟ ਕਰਕੇ। ਕਹਿੰਦੇ ਇਉਂ ਮੋਹ ਪਿਆ ਰਹਿੰਦਾ। ਇੱਦਾਂ ਹੀ ਜਿਉਂ ਮੋਹਿਓ ਉਨ ਮੋਹ ਨਹੀਂ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੂਆ। ਇਉਂ ਹੀ ਤੇਰਾ ਜਿਹੜਾ ਮੋਹ ਹੈ ਨਾ, ਮਾਇਆ ਨਾਲ ਵੀ ਤੇਰਾ ਇਉਂ ਆ, ਰੁਚ ਚਸਾ ਮਾਤਰ, ਥੋੜ੍ਹੀ ਜਿਹੀ ਵੀ ਰੁਚ ਤੇਰੀ ਉੱਧਰੋਂ ਘਟਦੀ ਨਹੀਂ। ਜਿਵੇਂ ਬਚਪਨ ਵਿੱਚ ਮਿੱਤਰਾਂ ਨਾਲ, ਜਵਾਨੀ ਵਿੱਚ ਹਮ ਉਮਰਾਂ ਨਾਲ ਖਿੱਚ ਹੁੰਦੀ, ਪਕੜ ਹੁੰਦੀ, ਸਿਆਣੇ ਸਮਝਾਉਂਦੇ ਵੀ, ਭੈਣ ਭਾਈ ਕਹਿੰਦੇ ਵੀ, ਫਿਰ ਵੀ ਪੁੱਛੇ ਨਹੀਂ ਮੁੜਦਾ। ਇਹੀ ਹਾਲ ਕਹਿੰਦੇ ਜਗ ਐਸਾ ਮੋਹਿ ਗੁਰੈ ਦਿਖਾਇਓ। ਜਗਤ ਦੀ ਇਹ, ਸਾਰੇ ਜਗਤ ਦੀ ਇਹ ਗੱਲ ਹੈ। ਮੈਨੂੰ ਮੇਰੇ ਗੁਰੂ ਨੇ ਇਹ ਗੱਲ ਦਿਖਾ ਦਿੱਤੀ ਵੀ ਤੂੰ ਦੇਖ ਤਾਂ ਸਾਰਾ ਸੰਸਾਰ ਇਸ ਖੇਡ 'ਚ ਖੇਡ ਰਿਹਾ, ਚੱਲਾ ਹੋਇਆ ਫਿਰਦਾ। ਜਗ ਐਸਾ ਮੋਹਿ ਗੁਰੈ ਦਿਖਾਇਓ, ਤਉ ਸ਼ਰਨ ਪਇਓ ਤਜ ਗਰ ਵਸੂਆ। ਕਹਿੰਦੇ ਜਦ ਮੈਂ ਸਾਰੇ ਸੰਸਾਰ ਵੱਲ ਨਿਗਾਹ ਮਾਰੀ ਵੀ ਹਾਂ ਬਈ ਇਹ ਤਾਂ ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਪੀ ਵੱਜੈ ਨਾਲ। ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਕਹਿੰਦੇ ਦੁਨੀ ਵੱਜਦੀ ਜਾ ਰਹੀ, ਤੂੰ ਵੀ ਉਹਨਾਂ ਦੇ ਨਾਲ ਆਪਣੀ ਢੋਲਕੀ ਜੀ ਵਜਾਈ ਫਿਰਦਾ, ਤੇ ਫਿਰ ਕਿਹੜੀ ਗੱਲ ਹੈ। ਕਬੀਰ ਨੌਬਤ ਆਪਣੀ ਦਿਨ ਦੱਸ ਲਿਓ ਬਜਾਏ, ਨਦੀ ਨਾਵ ਸੰਜੋਗ ਜਿਉਂ ਬਹੁਰ ਨਾ ਮਿਲਹਿ ਆਏ। ਕਹਿੰਦੇ ਫਿਰ ਮੈਂ ਇਹ ਸਭ ਕੁਝ ਵੇਖ ਕੇ ਮੈਂ ਫਿਰ ਗੁਰੂ ਦੀ ਸ਼ਰਨ ਆ ਗਿਆ। ਜਗ ਐਸਾ ਮੋਹਿ ਗੁਰੈ ਦਿਖਾਇਓ, ਤਉ ਸ਼ਰਨ ਪਰਿਓ ਤਜ ਗਰਭ ਸੂਆ। ਮੈਂ ਹੰਕਾਰ ਛੱਡ ਕੇ, ਗਰਭ ਛੱਡ ਕੇ ਹੁਣ ਗੁਰੂ ਦੀ ਸ਼ਰਨ ਵਿੱਚ ਆ ਗਿਆ। ਮੈਨੂੰ ਸਮਝ ਲੱਗ ਗਈ ਕਿ ਮੈਂ ਜਿਹੜੀਆਂ ਚੀਜ਼ਾਂ ਨਾਲ ਜੁੜਿਆ ਬੈਠਾ, ਜਾਂ ਜਿਹੜੀਆਂ ਚੀਜ਼ਾਂ ਨੂੰ ਮੈਂ ਸਦੀਵੀ ਸਮਝਦਾ ਉਹ ਹੈ ਨਹੀਂ। ਅਸਲ ਤੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਸਭ ਤੋਂ ਵੱਡੀ ਚੀਜ਼ ਹੈ। ਫਿਰ ਕੀ ਕਹਿੰਦੇ ਆਖਰੀ ਪੰਕਤੀ 'ਚ, ਮਾਰਗ ਪ੍ਰਭ ਕੋ ਸੰਤ ਬਤਾਇਓ। ਕਹਿੰਦੇ ਆਹ ਜਿਹੜੀ ਰੋਜ਼ ਦੀ ਰੂਟੀਨ ਸੀ, ਜੋ ਕੁਝ ਮੈਂ ਕਰਦਾ ਸੀ, ਇਹ ਤਾਂ ਇੱਕ ਹੁਣ ਵੱਖਰੀ ਜ਼ਿੰਦਗੀ, ਜੀਵਨੋਂ ਮੈਂ ਜੀਵਨ ਪਾਇਆ, ਅਸਲ ਜੀਵਨ ਜ਼ਿੰਦਗੀ ਦੇ ਮਾਰਗ ਤੇ। ਕਹਿੰਦੇ ਹੋਇਆ 20 ਸਾਲ ਦਾ, ਹੋਇਆ 30 ਸਾਲ ਦਾ, ਸਤਸੰਗਤ ਵਿੱਚ ਗਿਆ, ਅੱਜ ਇੱਕ ਦਿਨ ਦਾ ਹੋਇਆ। ਹੋ ਗਿਆ 50 ਸਾਲ ਦਾ, ਸਤਸੰਗਤ 'ਚ ਗਿਆ ਹੀ ਨਹੀਂ, ਸਮਝੋ ਜੰਮਿਆ ਹੀ ਨਹੀਂ, ਗਰਭ 'ਚ ਮਰ ਗਿਆ। ਆਇਆ ਸੀ ਕੁਛ ਵੀ ਨਹੀਂ, ਮਾਂ ਨੂੰ ਘੱਲੇ ਉੱਠੀ ਚੱਲੇ, ਸਾਧ ਨਾਹੀਂ ਇਵੇਂ ਹੀ ਗੱਲੇ, ਬਾਣੀ 'ਚ ਲਿਖਿਆ। ਆਇਆ, ਜੰਮਿਆ, ਉੱਦਾਂ ਹੀ ਉੱਠ ਕੇ ਮਰ ਗਿਆ। ਕਹਿੰਦੇ ਕੋਈ ਸਵਾਦ ਨਹੀਂ। ਕੋਈ ਬੰਦਾ ਬਥੇਰੀ ਮਿਹਨਤ ਕਰਕੇ ਤੁਹਾਡੇ ਲਈ ਪ੍ਰਸ਼ਾਦਾ ਪਾਣੀ ਤਿਆਰ ਕਰੇ, ਪਰ ਖਾਣ ਵਾਲੇ ਨੂੰ ਸਵਾਦ ਨਾ ਆਵੇ, ਸਵਾਦ ਨਹੀਂ ਨਾ। ਗੁਰੂ ਸਾਹਿਬ ਕਹਿੰਦੇ ਇਹੀ ਕੁਛ ਹੈ। ਤੁਹਾਡੀ ਜ਼ਿੰਦਗੀ ਫਿੱਕੀ ਹੈ, ਲੂਣ ਨਹੀਂ ਪਿਆ ਉਹਦੇ 'ਚ, ਜੇ ਭੋਜਨ 'ਚ ਫਿੱਕਾ ਹੈ। ਫਿੱਟ ਅਲੂਣੀ ਦੇਹ ਆਖਿਆ ਮਹਾਰਾਜ ਨੇ, ਨਾਮ ਬਿਨਾ ਉਹ ਦੇਹੀ ਫਿੱਕੀ ਹੈ। ਫਿੱਟ ਲਾਣ ਤਾਂ ਇਹੀ ਜੀ ਦੇਹੀ ਤੇ, ਜਿਸ ਦੇਹੀ ਦੇ ਵਿੱਚ ਰਹਿ ਕੇ ਆਹ ਪਾਸਾ ਧਰਮ ਵਾਲਾ ਰੱਬ ਵਾਲਾ ਨਹੀਂ। ਕਹਿੰਦੇ ਮਾਰਗ ਪ੍ਰਭ ਕੋ ਸੰਤ ਬਤਾਇਓ। ਮੈਨੂੰ ਸੰਤ ਦਾ ਮਾਰਗ ਦੱਸ ਦਿੱਤਾ ਮੇਰੇ ਰੱਬ ਨੇ, ਜਾਂ ਮੈਨੂੰ ਸੰਤ ਨੇ ਰੱਬ ਦਾ ਮਾਰਗ ਦੱਸ ਦਿੱਤਾ। ਮੈਂ ਉਸ ਮਾਰਗ ਤੇ ਚੱਲਿਆ, ਅੱਜ ਉਹ ਤੇ ਚੱਲ ਪਿਆ। ਦ੍ਰਿੜੀ ਨਾਨਕ ਦਾਸ ਭਗਤ ਹਰਿ ਜਸੂਆ। ਕਹਿੰਦੇ ਹੁਣ ਮੈਂ ਭਗਤੀ, ਹਰੀ ਨਾਮ ਦੀ ਭਗਤੀ, ਸਿਮਰਨ ਦ੍ਰਿੜ ਕਰ ਲਿਆ। ਹੁਣ ਮੈਂ ਰੋਜ਼ ਆਪਣੀ ਨੇਮ ਦੇ ਵਿੱਚ ਸਿਮਰਨ ਐਡ ਕਰ ਲਿਆ। ਹੁਣ ਬਣ ਗਈ ਗੱਲ। ਪਹਿਲਾਂ ਦੀ ਤਰ੍ਹਾਂ ਕੰਮ ਵੀ ਕਰਦਾ ਸੀ, ਪਰ ਸਭ ਤੋਂ ਮੇਨ ਕੰਮ ਸੀ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਨਾਮ ਵਾਲੇ ਪਾਸੇ ਜੁੜ ਗਿਆ। ਜਦੋਂ ਜ਼ਿੰਦਗੀ 'ਚ, ਜੀਵਨ 'ਚ 2-2.5 ਘੰਟੇ ਰੋਜ਼ ਦੇ ਸਤਸੰਗਤ, ਸਿਮਰਨ, ਸੇਵਾ ਜੁੜ ਗਈ, ਤੇ ਬਸ ਗੱਲ ਬਣ ਗਈ। ਮਣਾ ਮੂੰਹੀ ਲੋਹੇ ਨੂੰ ਲੈ ਕੇ ਤਰ ਜਾਂਦੀਆਂ ਨੇ ਲੱਕੜ ਦੀਆਂ ਕਿਸ਼ਤੀਆਂ।
ਇਸ ਲਈ ਕਿੰਨਾ ਹੀ ਵਜਨ ਲੱਦਿਆ ਹੋਵੇ ਕਿਸ਼ਤੀ 'ਚ, 2-2.5 ਉਂਗਲਾਂ ਪਾਣੀ ਤੋਂ ਬਾਹਰ ਹੋਣੀ ਚਾਹੀਦੀ ਹੈ। ਵਜਨ ਲੱਦੀ ਚੱਲੋ ਲੱਦੀ ਚੱਲੋ ਲੱਦੀ ਚੱਲੋ। ਪਰ ਜੇ ਆਖੋਂ ਵੀ ਹਜੇ ਹੋਰ ਥੋੜ੍ਹੀ ਜਿਹੀ ਲੱਦ ਲਈਏ ਤੇ ਸਾਰੀ ਵੀ 2 ਇੰਚ ਵੀ ਪਾਣੀ ਦੇ ਵਿੱਚੇ ਚੱਲ ਜੇ ਨਾ, ਡੁੱਬ ਜੂਗੀ। ਭਾਈ ਗੁਰਦਾਸ ਜੀ ਨੇ ਆਖਿਆ, ਬੋਝ ਭਰੀ ਨਾਵ ਜੈਸੇ ਅੰਗੁਰੀ ਦੋ ਬਾਹਰ ਹੁਆ, ਪਾਰ ਪਰੈ ਪੂਰ ਸਭੈ ਕੁਸ਼ਲ ਵਿਹਾਤ ਹੈ। ਕਹਿੰਦੇ 2-4 ਉਂਗਲਾਂ ਵੀ ਬਾਹਰ ਹੋਵੇ ਕਿਸ਼ਤੀ, ਉਹ ਭਾਰੀ ਤੋਂ ਭਾਰੀ ਸਮਾਨ ਵੀ ਹੋਵੇ ਉਹਨੂੰ ਪਰਾਂ ਲੈ ਜਾਂਦੀ। ਪਰ ਜੇ ਇੰਨੇ ਲਾਲਚੀ ਹੋ ਜਾਓ ਵੀ 2 ਉਂਗਲਾਂ ਵੀ ਬਾਹਰ ਕਿਉਂ ਰਹਿਣ ਦੇਣੀ, ਇਹਨੂੰ ਵੀ ਪਾਣੀ ਦੇ ਵਿੱਚ ਹੋਰ ਸਮਾਨ ਲੱਦ ਦਈਏ, ਕਹਿੰਦੇ ਪਾਰ ਨਹੀਂ ਲੰਘਣਾ ਉਹਨੇ। ਪਾਰ ਕੈਸੇ ਪਾਏ ਬੋਰੇ, ਮੋਕੋ ਕੋ ਨਾ ਕਹਿ ਸਮਝਾਈ। ਤੇ ਗੁਰਮੁਖੋ ਜਿਹੜੀ ਸਤਸੰਗਤ ਵਿੱਚ ਆਉਣੀ, 2 ਘੰਟੇ 2.5 ਘੰਟੇ ਸਿਮਰਨ ਕਰਨੀ, ਇਹ ਕੁੰਡੇ ਲਾਉਣੇ ਆ ਜ਼ਿੰਦਗੀ ਨੂੰ। ਜਿਵੇਂ ਕੜਾਹਾ ਕਿੱਡਾ ਵੱਡਾ ਹੁੰਦਾ ਨਾ, ਉਹਨੂੰ ਦੋਵੇਂ ਪਾਸਿਆਂ ਤੇ ਛੋਟੇ ਛੋਟੇ ਕੁੰਡੇ ਲਾ ਦੇਈਦੇ, ਉਹ ਕੁੰਡਿਆਂ ਦੇ ਆਸਰੇ ਕੜਾਹਾ ਚੁੱਕਿਆ ਜਾਂਦਾ। ਇੱਦਾਂ ਹੀ ਇਹ ਜਿਹੜੀ ਸਤਸੰਗਤ ਸੇਵਾ ਸਿਮਰਨ ਹੈ ਨਾ, ਇਹ ਤੁਹਾਡੀ ਜ਼ਿੰਦਗੀ ਨੂੰ ਕੁੰਡਾ ਹੈ। ਗੁਰ ਸ਼ਬਦ ਦਾ ਸਿਮਰਨ ਦਾ ਕੁੰਡਾ ਪੈ ਗਿਆ, ਬਸ ਫਿਰ ਤੁਹਾਡੀ ਜ਼ਿੰਦਗੀ ਪਾਰ ਹੋ ਜਾਏਗੀ। ਇਹ ਲੋਕ ਸੁਖੀ, ਇਹ ਪਰਲੋਕ ਸਹੇਲੇ ਹੋ ਜਾਣਗੇ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਜਿਤਨੀ ਸੰਗਤ ਦੂਰੋਂ ਨੇੜੋਂ ਚੱਲ ਕੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਹਾਜ਼ਰੀਆਂ ਲਵਾਉਂਦੀ ਆ, ਸਭਨਾਂ ਦਾ ਧੰਨਵਾਦ। ਜੀਓ ਆਇਆਂ ਨੂੰ। ਆਪ ਜੁੜਿਆ ਕਰੋ ਗੁਰਮੁਖੋ, ਤੇ ਹੋਰਨਾਂ ਗੁਰਮੁਖਾਂ ਨੂੰ ਵੀ ਇੱਧਰ ਨੂੰ ਜੋੜਨ ਲਈ ਪ੍ਰੇਰਨਾ ਕਰਿਆ ਕਰੋ, ਤਾਂ ਕਿ ਹੋਰਨਾਂ ਦਾ ਵੀ ਜੀਵਨ ਸਫਲਾ ਹੋਵੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।